ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਅਬਰਾ ਕੋ ਉਪਦੇਸ਼ ਤੇ ਮੁਖ ਮੇਂ ਪਰ ਹੈ ਰੇਤ, ਰਾਸ ਬਿਰਾਨੀ ਰੱਖਤੇ ਖਾਇਆ ਕਰ ਕਾ ਖੇਤ। ਸੋ ਇਸ ਪੰਕਤੀਆਂ ਦੇ ਅੰਦਰ ਗਹਿਰਾਈ ਬਹੁਤ ਛੁਪੀ ਹੋਈ ਹੈ। ਇਹਨਾਂ ਗਹਿਰਾਈਆਂ ਦੇ ਅੰਦਰ ਹਕੀਕਤ ਹੈ, ਸੱਚ ਹੈ, ਇੱਕ ਐਸੀ ਸੱਚਾਈ ਆ ਜਿਸ ਨੂੰ ਸੁਣ ਕੇ ਹਰੇਕ ਇਨਸਾਨ ਦੇ ਰੌਂਗਟੇ ਖੜੇ ਹੋ ਜਾਂਦੇ ਆ। ਦੇਖੋ, ਜਿਹੜੇ ਵਿਅਕਤੀ ਆਪਣੇ ਜੀਵਨ ਦੇ ਵਿੱਚ ਕੇਵਲ ਦੂਸਰਿਆਂ ਨੂੰ ਉਪਦੇਸ਼ ਦਿੰਦੇ ਆ ਤੇ ਲੇਕਿਨ ਆਪ ਉਹਨਾਂ ਉਪਦੇਸ਼ਾਂ ਦੇ ਉੱਤੇ ਨਹੀਂ ਤੁਰਦੇ, ਫਿਰ ਉਹਨਾਂ ਦਾ ਜਿਹੜਾ ਅੰਤ ਸਮਾਂ ਹੈ ਨਾ, ਉਹ ਬਹੁਤ ਭਿਆਨਕ ਹੋ ਜਾਂਦਾ। ਸੋ ਐਸਾ ਭਿਆਨਕ ਹੋ ਜਾਂਦਾ ਕਿ ਉਸ ਆਦਮੀ ਦੇ ਜਿਹੜੇ ਦੁਸ਼ਮਣ ਹਨ ਉਹ ਵੀ ਸੁਣ ਕੇ ਇਸ ਭਿਆਨਕ ਸਮੇਂ ਤੋਂ ਬੜਾ ਭੈਭੀਤ ਹੋ ਜਾਂਦੇ, ਬਹੁਤ ਡਰਦੇ ਆ। ਇਸੇ ਕਰਕੇ ਤਾਂ ਹਰੇਕ ਵਾਰ ਜਦੋਂ ਵੀ ਅਸੀਂ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ, ਇਹੋ ਹੀ ਬੇਨਤੀ ਕਰਦੇ ਹਾਂ ਕਿ ਮਰਨ ਕਾਲ ਕਾ ਤਰਾਸ ਨਿਵਰਿਓ, ਕਿ ਜਿਹੜਾ ਮੌਤ ਦਾ ਸਮਾਂ ਹੈ ਨਾ, ਉਸ ਮੌਤ ਦੇ ਸਮੇਂ ਦੇ ਅੰਦਰ ਜਿਹੜਾ ਸਾਡੇ ਅੰਦਰ ਡਰ ਹੈਗਾ, ਇਸ ਡਰ ਨੂੰ ਦੂਰ ਕਰੋ। ਪਰ ਇਹਦਾ ਜਿਹੜਾ ਜਵਾਬ ਆ ਗੁਰਬਾਣੀ ਨੇ ਇਹੋ ਹੀ ਦਿੱਤਾ ਹੈਗਾ ਕਿ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ, ਕਿ ਜੇਕਰ ਪਰਮਾਤਮਾ ਵਾਹਿਗੁਰੂ ਅੰਦਰੋਂ ਵਿਸਰਦਾ ਨਹੀਂ ਨਾ ਤਾਂ ਫਿਰ ਮੌਤ ਸਹਿਲੀ ਆ, ਸੌਖੀ ਆ। ਅਗਰ ਵਾਹਿਗੁਰੂ ਵਿਸਰ ਗਿਆ, ਉਹਦੇ ਕਾਨੂੰਨਾਂ ਨੂੰ ਅਸੀਂ ਫੋਲੋ ਨਹੀਂ ਕੀਤਾ, ਉਹਦੇ ਕਾਨੂੰਨ ਭੁੱਲ ਕੇ ਆਪਣੀ ਹਉਮੈ ਦੇ ਵਿੱਚ ਹੀ ਆਪਣੀ ਜ਼ਿੰਦਗੀ ਗਵਾਤੀ, ਫਿਰ ਭਾਈ ਜਿਹੜਾ ਅੰਤ ਸਮਾਂ ਬੜਾ ਦੁਖਦਾਈ ਆ। ਜਿਵੇਂ ਇੱਕ ਗਿਆਨੀ ਚੰਨਣ ਸਿੰਘ ਜੀ ਹੋਇਆ, ਉਹਨਾਂ ਦੇ ਜੀਵਨ ਦੀ ਬੜੀ ਰੌਚਕ ਜੋ ਕਹਾਣੀ ਆ ਉਹਨਾਂ ਦੇ ਜੀਵਨ ਦੀ, ਉਹ ਤੋਂ ਸਾਨੂੰ ਹਰੇਕ ਨੂੰ ਪ੍ਰੇਰਨਾ ਮਿਲਦੀ ਆ। ਦੇਖੋ, ਗਿਆਨੀ ਚੰਨਣ ਸਿੰਘ ਜੀ ਜਦੋਂ ਛੋਟੇ ਹੁੰਦੇ ਸੀ ਨਾ, ਉਸ ਟਾਈਮ ਬਾਬਾ ਅਤਰ ਸਿੰਘ ਜੀ ਮਸਤੂਆਣੇ ਮਹਾਂਪੁਰਖ ਉਹਨਾਂ ਸਮਿਆਂ ਦੇ ਵਿੱਚ ਸਿੱਖੀ ਦੇ ਪ੍ਰਚਾਰ ਦੇ ਦੌਰਿਆਂ ਦੇ ਵਿੱਚ ਆਮ ਨਗਰਾਂ ਦੇ ਵਿੱਚ ਜਾਂਦੇ ਹੁੰਦੇ ਸੀ। ਸੋ ਇੱਕ ਵਾਰ ਕੀ ਹੋਇਆ ਸੀ ਕਿ ਜਦੋਂ ਕਿਸੇ ਇੱਕ ਨਗਰ ਦੇ ਵਿੱਚ ਮਹਾਂਪੁਰਖ ਬਾਬਾ ਅਤਰ ਸਿੰਘ ਮਸਤੂਆਣਿਆਂ ਦਾ ਦੀਵਾਨ ਲੱਗਾ, ਉਹਨਾਂ ਟਾਈਮਾਂ ਦੇ ਵਿੱਚ ਫਿਰ ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਸੀ, ਜਦ ਹੁਕਮਨਾਮਾ ਆਇਆ ਤੇ ਉਸ ਹੁਕਮਨਾਮੇ ਦੀ ਕਥਾ ਕਰਨੀ ਸੀ। ਪਰ ਉਸ ਟਾਈਮ ਸਬੱਬ ਐਸਾ ਬਣਿਆ, ਜਿਹੜਾ ਕਥਾ ਕਰਨ ਵਾਲਾ ਸਿੰਘ ਸੀਗਾ ਉਹ ਉੱਥੇ ਪਹੁੰਚ ਨਹੀਂ ਸਕਿਆ। ਜਦ ਪਹੁੰਚ ਨਹੀਂ ਸਕਿਆ ਤਾਂ ਫਿਰ ਸਾਰਿਆਂ ਨੇ ਬਾਬਾ ਜੀ ਨੂੰ ਦੱਸਿਆ ਕਿ ਜੀ ਉਹ ਜਿਹੜਾ ਕਥਾ ਵਾਲਾ ਸਿੰਘ ਉਹ ਤਾਂ ਪਹੁੰਚਾ ਨਹੀਂ। ਫਿਰ ਉਸ ਟਾਈਮ ਗਿਆਨੀ ਚੰਨਣ ਸਿੰਘ ਜੀ, ਜਿਹਨਾਂ ਦੀ ਉਮਰ ਛੋਟੀ ਸੀ, ਬਾਬਾ ਅਤਰ ਸਿੰਘਾਂ ਦੀ ਨਜ਼ਰ ਇਹਨਾਂ 'ਤੇ ਚੱਲ ਗਈ ਅਤੇ ਇਹਨਾਂ ਨੂੰ ਕਹਿਣ ਲੱਗੇ, ਕਹਿੰਦੇ ਲੈ ਵੀ ਕਾਕਾ ਤੂੰ ਇੱਦਾਂ ਕਰ, ਉੱਠ ਕੇ ਕਥਾ ਕਰ। ਜਦ ਇੰਨੀ ਗੱਲ ਹੋਈ ਤਾਂ ਗਿਆਨੀ ਚੰਨਣ ਸਿੰਘ ਜੀ ਉੱਠ ਕੇ ਬਾਬਾ ਜੀ ਨੂੰ ਕਹਿਣ ਲੱਗੇ, ਜੀ ਇਹ ਤਾਂ ਕਥਾ ਮੈਂ ਕਦੀ ਕੀਤੀ ਨਹੀਂ, ਨਾ ਮੈਨੂੰ ਇਹਦਾ ਪਤਾ ਹੀ ਆ। ਬਾਬਾ ਜੀ ਕਹਿਣ ਲੱਗੇ ਵੀ ਤੂੰ ਤਾਂ ਇਕੱਲਾ ਜਰੀਆ ਹੀ ਬਣਨਾ, ਕਥਾ ਤਾਂ ਬਾਬੇ ਨਾਨਕ ਨੇ ਤੇ ਤੂੰ ਆਪੇ ਹੀ ਕਰਾ ਲੈਣੀ ਹੈ। ਤੂੰ ਜਾ ਕੇ ਧੰਨ ਗੁਰੂ ਨਾਨਕ ਕਹਿ ਕੇ ਤਾਂ ਉੱਥੇ ਬੈਠ ਜਾ ਕਥਾ ਵਾਲੇ ਆਸਣ 'ਤੇ ਕਥਾ ਆਰੰਭ ਕਰ ਦੇ। ਦੱਸਦੇ ਕਿ ਗਿਆਨੀ ਚੰਨਣ ਸਿੰਘ ਹੋਣਾ ਨੇ ਉਸ ਟਾਈਮ ਇਸ ਤਰ੍ਹਾਂ ਕੀਤੀ, ਧੰਨ ਗੁਰੂ ਨਾਨਕ ਕਹਿ ਕੇ ਕਥਾ ਵਾਲੇ ਆਸਣ 'ਤੇ ਬੈਠ ਕੇ ਕਥਾ ਸ਼ੁਰੂ ਕਰ ਦਿੱਤੀ। ਐਸੀ ਸੁੰਦਰ ਕਥਾ ਕੀਤੀ, ਐਸੀ ਸੁੰਦਰ ਕਥਾ ਕੀਤੀ ਕਿ ਸਾਰੀ ਜਿਹੜੀ ਸੰਗਤ ਸੀਗੀ ਇਹਨਾਂ ਦੀ ਕਥਾ ਸੁਣ ਕੇ ਬੜੀ ਪ੍ਰਸੰਨ ਹੋਈ ਕਿ ਕਿਵੇਂ ਇੱਕ ਛੋਟੇ ਜਿਹੇ ਬੱਚੇ ਨੇ ਬੜੀ ਸੁੰਦਰ ਕਥਾ ਕੀਤੀ। ਇਸ ਤੋਂ ਬਾਅਦ ਫਿਰ ਗਿਆਨੀ ਜਿਹੜੇ ਸੀਗੇ ਉਹ ਕਥਾ ਦੇ ਐਸੇ ਮਾਹਰ ਬਣ ਗਏ ਕਿ ਹੌਲੀ ਹੌਲੀ ਤਰੱਕੀ ਕਰਦੇ ਕਰਦੇ ਫਿਰ ਉਹ ਵੀ ਸਮਾਂ ਆ ਗਿਆ ਕਿ ਜਦੋਂ ਇਹ ਕਥਾ ਦੇ ਵਿੱਚ ਵੱਡੇ ਵੱਡੇ ਜਿਹੜੇ ਪੰਡਿਤ ਵਿਦਵਾਨ ਹੁੰਦੇ ਸੀ ਜਾਂ ਹੋਰ ਆਦਮੀ ਹੁੰਦੇ ਸੀ, ਉਹਨਾਂ ਨੂੰ ਕਥਾ ਦੇ ਵਿੱਚ ਸਹਿਜ ਦੇ ਵਿੱਚ ਹੀ ਹਰਾ ਦਿੰਦੇ ਸੀ। ਅਤੇ ਇਸ ਤਰ੍ਹਾਂ ਕਰਦੇ ਕਰਦੇ ਫਿਰ ਅਖੀਰ ਤਖਤ 'ਤੇ ਪੱਕੇ ਕਥਾਕਾਰ ਬਣ ਗਏ। ਸੋ ਇਹਨਾਂ ਨੂੰ ਉਹਨਾਂ ਟਾਈਮਾਂ ਦੇ ਵਿੱਚ ਫਿਰ ਸ਼੍ਰੋਮਣੀ ਕਮੇਟੀ ਨੇ ਪੱਕੀ ਤਨਖਾਹ ਲਾ ਦਿੱਤੀ ਸੀ। ਜਦ ਫਿਰ ਤਨਖਾਹ ਲਾਈ, ਉਸ ਤੋਂ ਬਾਅਦ ਫਿਰ ਗਿਆਨੀ ਚੰਨਣ ਸਿੰਘ ਜਿਹੜੇ ਸੀਗੇ ਇਹ ਤਖਤ 'ਤੇ ਕਥਾ ਕਰਦੇ ਰਹੇ ਅਤੇ ਇਹਨਾਂ ਦੀ ਕਥਾ ਤੋਂ ਪ੍ਰਭਾਵਿਤ ਹੋ ਗਏ। ਉਸ ਟਾਈਮ ਇਹਨਾਂ ਨੂੰ ਫਿਰ ਪੰਥ ਰਤਨ ਦਾ ਖਿਤਾਬ ਵੀ ਦਿੱਤਾ ਗਿਆ ਸੀਗਾ। ਸੋ ਇਸ ਤਰ੍ਹਾਂ ਕਰਦੇ ਕਰਦੇ ਗਿਆਨੀ ਚੰਨਣ ਸਿੰਘ ਜੀ ਕਥਾ ਤਾਂ ਜ਼ਰੂਰ ਕਰਦੇ ਸੀ, ਪਰ ਕਥਾ ਦੇ ਨਾਲ ਕਥਾ ਕਰਨ ਦੀ ਜਿਹੜੀ ਹਉਮੈ ਸੀਗੀ ਉਹ ਵੀ ਅੰਦਰੋਂ ਵੱਧਦੀ ਗਈ। ਦੇਖੋ, ਵੈਸੇ ਤਾਂ ਕਥਾ ਸੁਣਨ ਦੇ ਨਾਲ ਹਉਮੈ ਸਿਫਰ ਹੋਣੀ ਚਾਹੀਦੀ ਹੈ, ਪਰ ਸਮੇਂ ਦੇ ਨਾਲ ਨਾਲ ਹਉਮੈ ਇੰਨੀ ਵੱਧ ਗਈ ਕਿ ਗਿਆਨੀ ਜੀ ਆਮ ਜਿਹੜੇ ਕਥਾਕਾਰ ਸੀ ਉਹਨਾਂ ਨੂੰ ਕਥਾਵਾਚਕ ਸਮਝਦੇ ਨਹੀਂ ਸੀ ਹੁੰਦੇ, ਕਿਸੇ ਨੂੰ ਟੱਚ ਕਰਕੇ ਨਹੀਂ ਸੀ ਜਾਣਦੇ ਹੁੰਦੇ। ਇਸ ਕਰਕੇ ਜਦ ਵੀ ਕਿਸੇ ਦੀਵਾਨਾਂ 'ਤੇ ਜਾਂਦੇ ਹੁੰਦੇ ਸੀ ਤਾਂ ਆਪਣੇ ਆਪ ਨੂੰ ਸਰਵ ਸ੍ਰੇਸ਼ਟ ਕਥਾ ਮਾਣ ਬਣ ਕੇ ਫਿਰ ਇਹ ਕਥਾ ਕਰਦੇ ਹੁੰਦੇ ਸੀ। ਔਰ ਖ਼ਾਸ ਕਰਕੇ ਜਿਹੜੇ ਬਦੈਂਤ ਦੀਆਂ ਕਥਾਵਾਂ ਦੇ ਗੂੜ੍ਹ ਰਹੱਸ ਵਾ, ਜਦ ਇਹ ਕਥਾ ਦੇ ਵਿੱਚ ਖੋਲ੍ਹਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ, ਤਾਂ ਸੰਗਤ ਇਹਨਾਂ ਦੇ ਮੂੰਹ ਵੱਲ ਦੇਖਦੀ ਰਹਿ ਜਾਂਦੀ ਸੀ, ਕਿਉਂਕਿ ਬੜੇ ਗੂੜ੍ਹੇ ਰਹੱਸਾਂ ਦੀ ਕਥਾ ਇਹ ਸਹਿਜ ਦੇ ਵਿੱਚ ਕਰ ਲੈਂਦੇ ਸੀਗੇ। ਪਰ ਫਿਰ ਵੀ ਜਦ ਇਹ ਜਿਹੜਾ ਹੰਕਾਰ ਸੀਗਾ, ਇਹ ਸਮਾਂ ਪਾ ਕੇ ਜਦ ਟੀਸੀ 'ਤੇ ਪਹੁੰਚਿਆ ਤਾਂ ਫਿਰ ਪਰਮੇਸ਼ਰ ਜਿਹੜਾ ਨਾ ਕੋਈ ਖੇਡ ਰਚਦਾ ਹੈਗਾ। ਫਿਰ ਉਹਨਾਂ ਟਾਈਮਾਂ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਜਦ ਆਪਣਾ 5 ਪੁੱਤਰ ਸਰੀਰ ਤਿਆਗ ਕੇ ਸੱਚਖੰਡ ਗਏ ਅਤੇ ਉਹਨਾਂ ਦੀ ਵਰਸੀ ਦੇ ਉੱਤੇ
ਗਿਆਨੀ ਚੰਨਣ ਸਿੰਘ ਹੁਣਾਂ ਨੂੰ ਬੁਲਾਇਆ ਗਿਆ ਕਿ ਤੁਸੀਂ ਇੱਥੇ ਆ ਕੇ ਨਾ ਮਹਾਂਪੁਰਖਾਂ ਦੇ ਬਾਬਤ ਕਥਾ ਕਰਨੀ ਆ। ਜਦ ਬੁਲਾਇਆ ਗਿਆ ਤੇ ਇੱਥੇ ਫਿਰ ਹੁਣ ਗਿਆਨੀ ਚੰਨਣ ਸਿੰਘ ਹੁਣਾਂ ਨੇ ਮਹਾਂਪੁਰਖਾਂ ਦੀ ਵਰਸੀ ਦੇ ਉੱਤੇ ਇੱਕ ਬਦਾਂਤ ਦੀ ਕਥਾ ਕੀਤੀ। ਜਦ ਕਥਾ ਕੀਤੀ ਆ ਤਾਂ ਉਸ ਕਥਾ ਤੋਂ ਬਾਅਦ ਫਿਰ ਮਹਾਂਪੁਰਖ ਬਾਬਾ ਅਤਰ ਸੁਣਾ ਤੋਂ ਇੱਕ ਬਰਸੋਏ ਸਾਧੂ ਹੁੰਦੇ ਸੀ ਸੰਤ ਬਾਬਾ ਬਿਸ਼ਨ ਸਿੰਘ ਜੀ। ਇਹ ਜਿਹੜੇ ਸੰਤ ਬਾਬਾ ਬਿਸ਼ਨ ਸਿੰਘ ਜੀ ਸੀ ਇਹ ਕਾਜਲੇ ਦੇ ਮਹਾਂਪੁਰਖ ਉਹਨਾਂ ਟਾਈਮਾਂ ਦੇ ਵਿੱਚ ਹੋਏ ਆ। ਸੋ ਇਹ ਜਿਹੜੇ ਸੀਗੇ ਬਾਬਾ ਬਿਸ਼ਨ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖ ਹੋਇਆ, ਕਿਉਂਕਿ ਆਪ ਸੰਗਤਾਂ ਜਾਣਦੀਆਂ ਹੈ ਕਿ ਬਾਬਾ ਬਿਸ਼ਨ ਸਿੰਘ ਹੁਣਾਂ ਨੇ ਸੰਤ ਬਾਬਾ ਅਤਰ ਸੁਖਣਾ ਦੇ ਸਮੇਂ ਦੇ ਵਿੱਚ ਮਹਾਂਪੁਰਖਾਂ ਦੇ ਟਾਈਮ ਜਿਹੜੇ ਡੰਗਰ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਦੀ ਬੜੀ ਸੇਵਾ ਕੀਤੀ ਸੀ। ਸੋ ਇਸ ਤਰ੍ਹਾਂ ਡੰਗਰਾਂ ਨੂੰ ਪੱਠੇ ਪਾਉਣੇ, ਪਾਣੀ ਦੇਣਾ, ਛਾਵੇਂ ਬੰਨ੍ਹਣੇ, ਮੀਂਹ ਹਨੇਰੀ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਕਰਨੀ, ਇਹ ਸਾਰਾ ਕੰਮ ਜਿਹੜੇ ਸੀ ਬਾਬਾ ਬਿਸ਼ਨ ਸਿੰਘ ਹੁਣੀ ਕਰਦੇ ਹੁੰਦੇ ਸੀ। ਇੱਕ ਵਾਰ ਦੱਸਦੇ ਆ ਕਿ ਇੱਕ ਵਾਰ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜੀ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਦੇ ਪਾਸ ਆਇਆ ਤੇ ਉਹਨਾਂ ਨੂੰ ਆਖਿਆ ਕਿ ਅਸੀਂ ਰਾਜ ਦੇ ਵਿੱਚ ਨਾ ਅਖੰਡ ਪਾਠ ਸਾਹਿਬ ਕਰਾਉਣੇ ਆ ਅਤੇ ਇਸ ਕਰਕੇ ਤੁਸੀਂ ਸਾਡੇ ਰਾਜ ਦੇ ਵਿੱਚ ਚਰਨ ਪਾਉਣੇ ਆ ਅਤੇ ਇਹਨਾਂ ਅਖੰਡ ਪਾਠਾਂ ਦੇ ਵਿੱਚ ਰਾਗੀਆਂ ਦੀਆਂ, ਢਾਡੀਆਂ ਦੀਆਂ ਅਤੇ ਹੋਰ ਜਿਹੜੇ ਕਥਾਵਾਚਕ ਅਤੇ ਕੀਰਤਨੀਆਂ ਸਭ ਨੂੰ ਨਾਲ ਲੈ ਕੇ ਆਉਣਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਉਸ ਟਾਈਮ ਫਿਰ ਮਹਾਂਪੁਰਖਾਂ ਬਾਬਾ ਅਤਰ ਸਿੰਘ ਹੁਣਾਂ ਨੇ ਜਿਹੜੇ ਰਾਗੀ, ਢਾਡੀ, ਕੀਰਤਨੀ ਸਾਰੇ ਸਿੰਘਾਂ ਨੂੰ ਕਹਿ ਦਿੱਤਾ ਕਿ ਤੁਸੀਂ ਹੈ ਨਾ ਇਸ ਤਰੀਕ ਨੂੰ ਜਾਣ ਦੀ ਤਿਆਰੀ ਕਰ ਲਓ। ਜਦ ਇਸ ਖਬਰ ਦੀ ਭਿਣਕ ਬਾਬਾ ਬਿਸ਼ਨ ਸਿੰਘ ਹੁਣਾਂ ਨੂੰ ਪਈ ਸੀ ਫਿਰ ਉਹਨਾਂ ਦੇ ਮਨ ਦੇ ਵਿੱਚ ਵੀ ਆਇਆ ਕਿ ਰਾਜਾ ਭੁਪਿੰਦਰ ਸਿੰਘ ਹੁਣਾਂ ਨੇ ਪਟਿਆਲੇ ਆਪਣੇ ਮਹਿਲਾਂ ਦੇ ਵਿੱਚ ਮਹਾਂਪੁਰਖਾਂ ਨੂੰ ਬੁਲਾਇਆ ਅਤੇ ਸਾਰੇ ਜਿਹੜੇ ਮਹਾਂਪੁਰਖਾਂ ਦੇ ਸੇਵਕ ਆ, ਪਾਠੀ ਸਿੰਘ, ਰਾਗੀ ਸਿੰਘ, ਇਹ ਸਾਰੇ ਜਿਹੜੇ ਜਾਣ ਵਾਸਤੇ ਤਿਆਰ ਹੋ ਰਹੇ ਆ। ਪਰ ਮੈਂ ਤਾਂ ਮਹਾਂਪੁਰਖਾਂ ਦੇ ਜਿਹੜੇ ਡੰਗਰ ਆ ਉਹਨਾਂ ਦੀ ਸੇਵਾ ਕਰਦਾ ਹਾਂ, ਨਾ ਤਾਂ ਮੈਂ ਰਾਗੀ ਹਾਂ, ਨਾ ਕੀਰਤੀ ਹਾਂ, ਨਾ ਕਥਾਵਾਚਕ ਹਾਂ, ਨਾ ਕੋਈ ਗਿਆਨੀ ਧਿਆਨੀ ਹਾਂ, ਇਸ ਕਰਕੇ ਮੈਂ ਜਾ ਨਹੀਂ ਸਕਦਾ। ਪਰ ਇਹਨਾਂ ਦੇ ਮਨ 'ਚ ਆਈ ਕਿ ਮੈਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਫਿਰ ਬਾਬਾ ਬਿਸ਼ਨ ਸਿੰਘ ਹੁਣਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਪਹਿਲਾਂ ਗੁਰਮੁਖੀ ਪੜ੍ਹਨੀ ਸਿੱਖੀ ਸੀ। ਜਦ 35 ਅੱਖਰ ਪਹਿਲਾਂ ਸਿੱਖੇ, ਗੁਰਮੁਖੀ ਸਿੱਖੀ, ਫਿਰ ਭੁਲਾਵੇਂ ਅੱਖਰ ਸਿੱਖੇ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜੀ ਬਾਣੀ ਸੀ ਉਹ ਪੜ੍ਹਨੀ ਸਿੱਖ ਲਈ। ਜਦ ਬਾਣੀ ਜਿਹੜੀ ਸੀ ਉਹ ਪੜ੍ਹਨ ਲੱਗ ਪਏ, ਪਰ ਜਿਹੜੇ ਅੱਖਰ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਗੁਰਬਾਣੀ ਦੇ ਉਹਨਾਂ ਸਮਿਆਂ ਦੇ ਵਿੱਚ ਆਪ ਸੰਗਤਾਂ ਜਾਣਦੀਆਂ ਕਿ ਲੜੀਵਾਰ ਮਹਾਂਪੁਰਖਾਂ ਦੇ ਸਰੂਪ ਹੁੰਦੇ ਸੀ, ਪਰ ਉਸ ਟਾਈਮ ਇਹਨਾਂ ਦੇ ਕੋਲ ਅੱਖਰ ਨਹੀਂ ਸੀ ਜੋੜਦੇ ਹੁੰਦੇ ਗੁਰਬਾਣੀ ਦੇ। ਇੱਕ ਵਾਰ ਜਦ ਇਸੇ ਤਰ੍ਹਾਂ ਬੈਠੇ ਬਾਬਾ ਬਿਸ਼ਨ ਸਿੰਘ ਜੀ ਇਹ ਅੱਖਰ ਵਾਜ ਰਹੇ ਸੀ ਅਤੇ ਇਹਨਾਂ ਦੀਆਂ ਅੱਖਾਂ ਦੇ ਵਿੱਚੋਂ ਅੱਖਰ ਨਾ ਆਉਣ ਕਰਕੇ ਜਿਹੜਾ ਜਲ ਸੀਗਾ ਉਹਦੇ ਤੁੱਬ ਕੇ ਪੋਥੀ ਦੇ ਉੱਤੇ ਡਿੱਗੇ ਸੀ। ਜਦ ਗੁਰਬਾਣੀ ਦੀ ਪੋਥੀ 'ਤੇ ਡਿੱਗੇ ਤਾਂ ਉਸ ਟਾਈਮ ਬਾਬਾ ਅਤਰ ਸਿੰਘ ਜੀ ਮਸਤੂਆਣੇ ਮਹਾਂਪੁਰਖ ਇਹ ਸਾਰੀ ਘਟਨਾ ਨੂੰ ਤੱਕ ਰਹੇ ਸੀ ਅਤੇ ਆਪ ਬਾਬਾ ਅਤਰ ਸਿੰਘ ਜੀ ਮਲਕੜੇ ਜੇ ਪਿੱਛੇ ਆਏ। ਪਿੱਛੋਂ ਆ ਕੇ ਮਹਾਂਪੁਰਖਾਂ ਦੀਆਂ ਲੰਮੀਆਂ ਬਾਹਾਂ ਸੀਗੀਆਂ ਅਤੇ ਬਾਬਾ ਬਿਸ਼ਨ ਸਿੰਘ ਦੇ ਮੂਹਰਿਓਂ ਪੋਥੀ ਚੱਕ ਲਈ। ਚੱਕ ਕੇ ਕਹਿਣ ਲੱਗੇ, ਬਿਸ਼ਨ ਸਿੰਘ ਇਹ ਦੱਸ ਕਿ ਤੂੰ ਰੋਂਦਾ ਕਿਉਂ ਆ? ਜਦ ਇੰਨੀ ਗੱਲ ਹੋਈ ਤਾਂ ਬਾਬਾ ਬਿਸ਼ਨ ਸਿੰਘ ਹੁਣਾਂ ਨੇ ਜਿਹੜੀ ਸੀ ਉਹ ਆਪਣੀਆਂ ਅੱਖਾਂ ਪੂੰਝਣ ਲਈਆਂ, ਕਹਿਣ ਲੱਗੇ, ਨਹੀਂ ਮਹਾਂਪੁਰਖੋ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ। ਪਰ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਬਿਸ਼ਨ ਸਿੰਘ ਤੇਰੀ ਚੋਰੀ ਫੜੀ ਗਈ ਆ, ਸੱਚ ਦੱਸ ਤੂੰ ਰੋਂਦਾ ਕਿਉਂ ਆ? ਜਦ ਇੰਨੀ ਗੱਲ ਹੋਈ ਬਿਸ਼ਨ ਸਿੰਘ ਹੁਣਾਂ ਨੇ ਜਿਹੜੀ ਸੀ ਸਾਰੀ ਗੱਲ ਮਹਾਂਪੁਰਖਾਂ ਦੇ ਅੱਗੇ ਖੋਲ੍ਹੀ। ਉਹ ਕਹਿਣ ਲੱਗੇ, ਜੀ ਮਹਾਂਪੁਰਖੋ ਵੀ ਮੈਂ ਹੈ ਨਾ ਗਿਆਨੀ ਬਣਨਾ ਚਾਹੁੰਦਾ ਹੈ। ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਭਾਈ ਵੀ ਤੈਨੂੰ ਗਿਆਨੀ ਬਣਨ ਦਾ ਫੁਰਨਾ ਕਾਹਦਾ ਆ? ਅਤੇ ਫਿਰ ਬਾਬਾ ਬਿਸ਼ਨ ਸਿੰਘ ਹੁਣਾਂ ਨੇ ਸਾਰੀ ਗੱਲ ਬਾਬਾ ਅਤਰ ਸਿੰਘ ਹੁਣਾਂ ਨਾਲ ਸਾਂਝੀ ਕੀਤੀ ਸੀ ਕਿ ਜਦੋਂ ਪਟਿਆਲਿਆਂ ਵਾਲਿਆਂ ਦਾ ਸੁਨੇਹਾ ਆਇਆ ਸੀਗਾ ਕਿ ਇੰਨੀ ਤਰੀਕ ਨੂੰ ਉੱਥੇ ਅਖੰਡ ਪਾਠ ਸ਼ੁਰੂ ਕਰਨੇ ਆ ਅਤੇ ਸਾਰੇ ਰਾਗੀ, ਢਾਡੀ, ਜਿੰਨੇ ਵੀ ਹੋਰ ਪੰਥ ਦੇ ਪ੍ਰਸਿੱਧ ਸਿੰਘ ਹੈਗੇ ਸਾਰੇ ਉੱਥੇ ਪਹੁੰਚਣ। ਅਤੇ ਇਸ ਕਰਕੇ ਮੈਂ ਸੋਚਿਆ ਵੀ ਮੈਂ ਤਾਂ ਡੰਗਰਾਂ ਦੀ ਆਪ ਜੀ ਦੀ ਸੇਵਾ ਕਰਦਾ ਹਾਂ ਅਤੇ ਮੈਂ ਤਾਂ ਨਾ ਕੋਈ ਰਾਗੀ, ਨਾ ਢਾਡੀ, ਨਾ ਕੋਈ ਕੀਰਤਨੀਆ ਸਿੰਘ ਹੈਗਾ, ਅਤੇ ਫਿਰ ਮੈਂ ਬਾਬਾ ਅਤਰ ਸਿੰਘ ਜੀ ਆਪ ਜੀ ਦੇ ਨਾਲ ਰਾਜਾ ਭੁਪਿੰਦਰ ਸਿੰਘ ਦੇ ਮਹਿਲਾਂ ਦੇ ਵਿੱਚ ਕਿਵੇਂ ਪ੍ਰਾਹੁਣਾ ਬਣ ਕੇ ਜਾ ਸਕਦਾ? ਜਦ ਇਹ ਗੱਲ ਹੋਈ ਤਾਂ ਫਿਰ ਬਾਬਾ ਅਤਰ ਸਿੰਘ ਹੁਣਾਂ ਨੇ ਬੜੀ ਮਿਹਰ ਭਰੀ ਨਜ਼ਰ ਦੇ ਨਾਲ ਬਾਬਾ ਬਿਸ਼ਨ ਸਿੰਘ ਹੁਣਾਂ ਵੱਲ ਦੇਖਿਆ ਸੀਗਾ। ਕਹਿਣ ਲੱਗੇ, ਬਿਸ਼ਨ ਸਿੰਘ ਸੱਚ ਦੱਸ ਤੂੰ ਕੀ ਬਣਨਾ ਚਾਹੁੰਦਾ ਹੈ? ਤਾਂ ਫਿਰ ਬਿਸ਼ਨ ਸਿੰਘ ਜੀ ਨੇ ਆਖਿਆ, ਜੀ ਮਹਾਂਪੁਰਖੋ ਮੈਂ ਗਿਆਨੀ ਬਣਨਾ ਚਾਹੁੰਦਾ। ਤਾਂ ਫਿਰ ਬਾਬਾ ਅਤਰ ਸਿੰਘ ਹੁਣਾਂ ਨੇ ਆਪਣੀ ਛਾਤੀ ਦੇ ਉੱਤੇ ਹੱਥ ਰੱਖ ਕੇ ਬਾਬਾ ਬਿਸ਼ਨ ਸਿੰਘ ਨੂੰ ਆਖਿਆ, ਕਹਿੰਦੇ ਬਿਸ਼ਨ ਸਿੰਘ ਤੂੰ ਤਾਂ ਗਿਆਨੀ ਬਣਨਾ ਚਾਹੁੰਦਾ ਹੈ, ਪਰ ਅਸੀਂ ਤੈਨੂੰ ਬ੍ਰਹਮ ਗਿਆਨੀ ਬਣਨਾ ਦੇਖਣਾ ਚਾਹੁੰਦੇ ਹਾਂ। ਜਦ ਇਹ ਗੱਲ ਹੋਈ ਸੀ ਤਾਂ ਫਿਰ ਬਾਬਾ ਬਿਸ਼ਨ ਸਿੰਘ ਜਿਹੜੇ ਸੀ ਹੱਕੇ ਬੱਕੇ ਹੋ ਗਏ ਸੀ। ਫਿਰ ਮਹਾਂਪੁਰਖਾਂ ਨੇ ਆਖਿਆ ਕਿ ਤੈਨੂੰ ਕਿਤੇ ਜਾਣ ਦੀ ਕੋਈ ਲੋੜ ਨਹੀਂ, ਤੂੰ ਇਸੇ ਤਰ੍ਹਾਂ ਡੰਗਰਾਂ ਦੀ ਸੇਵਾ ਕਰੀ ਜਾ, ਸਮਾਂ ਆਊਗਾ ਜਦੋਂ ਇਹ ਜਿਹੜੀ ਪਦਵੀ ਹੈ ਗੁਰੂ ਨਾਨਕ ਦੇ ਘਰੋਂ ਤੈਨੂੰ ਸਹਿਜ ਦੇ ਵਿੱਚ ਪ੍ਰਾਪਤ ਹੋ ਜਾਊਗੀ। ਤਾਂ ਉਸ ਤੋਂ ਬਾਅਦ ਫਿਰ ਬਾਬਾ ਬਿਸ਼ਨ ਸਿੰਘ ਜਿਹੜੇ ਸੀਗੇ ਉਹ ਮਹਾਂਪੁਰਖਾਂ ਦੇ ਪਸ਼ੂਆਂ ਡੰਗਰਾਂ ਦੀ ਸੇਵਾ ਬੜੇ ਚਾਅ ਅਤੇ ਮਲਾਰ ਨਾਲ ਪਹਿਲਾਂ ਵੀ ਕਰਦੇ ਸੀ ਅਤੇ ਉਹਦੇ ਨਾਲੋਂ ਵੀ ਬੜੇ ਉਤਸ਼ਾਹ ਹੋ ਕੇ ਕਰਨ ਲੱਗ ਪਏ। ਅਤੇ ਉਹ ਵੀ ਸਮਾਂ ਆ ਗਿਆ ਜਦੋਂ ਬਾਬਾ ਅਤਰ ਸਿੰਘ ਹੁਣਾਂ ਨੇ ਬਾਬਾ ਬਿਸ਼ਨ ਸਿੰਘ ਹੁਣਾਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਦਿੱਤਾ ਅਤੇ ਉਹਨਾਂ ਨੂੰ ਬ੍ਰਹਮ ਗਿਆਨੀ ਦੀ
ਅਵਸਥਾ ਪ੍ਰਦਾਨ ਕਰ ਦਿੱਤੀ। ਜਦ ਬਾਬਾ ਬਿਸ਼ਨ ਸਿੰਘ ਜੀ ਬ੍ਰਹਮ ਗਿਆਨੀ ਉਪਾਧੀ ਦੇ ਉੱਤੇ ਬਾਬਾ ਅਤਰ ਸਿੰਘ ਦੀ ਕਿਰਪਾ ਦੇ ਨਾਲ ਪਹੁੰਚੇ ਸੀ, ਫਿਰ ਬਾਬਾ ਅਤਰ ਸਿੰਘ ਨੇ ਬਾਬਾ ਬਿਸ਼ਨ ਸਿੰਘ ਨੂੰ ਆਖਿਆ ਸੀਗਾ, ਕਹਿਣ ਲੱਗੇ, ਕਹਿੰਦੇ ਬਿਸ਼ਨ ਸਿੰਘ, ਇਹ ਜਿਹੜੀ ਤਾਕਤ ਹੈਗੀ ਨਾ ਸੰਭਾਲਣੀ ਬੜੀ ਔਖੀ ਆ, ਇਸ ਕਰਕੇ ਤੂੰ ਇਸ ਤਰ੍ਹਾਂ ਕਰਕੇ ਇਸ ਤਾਕਤ ਨੂੰ ਆਪਣੇ ਅੰਦਰ ਜਿੰਦਾ ਮਾਰ ਕੇ ਰੱਖ ਲਾ, ਕਿਸੇ ਨੂੰ ਸ਼ੋਅ ਨਾ ਕਰੀ। ਹਾਂ, ਕਿਤੇ ਜ਼ਰੂਰਤ ਪਈ ਤਾਂ ਅਸੀਂ ਤੈਨੂੰ ਚਾਬੀ ਦੇ ਦਿੰਦੇ ਹਾਂ, ਤੂੰ ਇਸ ਨੂੰ ਖੋਲ੍ਹ ਸਕਦਾ, ਵਰਤ ਸਕਦਾ ਹਾਂ, ਪਰ ਆਮ ਲੋਕਾਂ ਦੇ ਸਾਹਮਣੇ ਆਪਣੀ ਤਾਕਤ ਵਿਖਾ ਲੈਣੀ ਜਿਹੜੀ ਹੈ ਨਾ, ਉਹ ਕਿਸੇ ਗੁਰਸਿੱਖ ਵਾਸਤੇ ਚੰਗੀ ਨਹੀਂ, ਜਾਇਜ਼ ਨਹੀਂ ਹੈਗੀ। ਜਦ ਮਹਾਂਪੁਰਖਾਂ ਨੇ ਇਸ ਤਰ੍ਹਾਂ ਦਾ ਉਪਦੇਸ਼ ਦਿੱਤਾ ਸੀ, ਫਿਰ ਬਾਬਾ ਬਿਸ਼ਨ ਸਿੰਘ ਹੋਣਾ ਨੇ ਬਾਬਾ ਅਤਰ ਸਿੰਘ ਹੋਣਾ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਸੀਗਾ। ਉਸ ਤੋਂ ਬਾਅਦ ਦੇਖੋ ਇੱਧਰ ਗਿਆਨੀ ਚੰਨਣ ਸਿੰਘ ਜਿਹੜੇ ਸੀਗੇ, ਜਦ ਬਾਬਾ ਅਤਰ ਸਿੰਘ ਦੀ ਵਰਸੀ ਦੇ ਉੱਤੇ ਜਦ ਕਥਾ ਕੀਤੀ ਸੀ ਉਹਨਾਂ ਟਾਈਮਾਂ ਦੇ ਵਿੱਚ, ਫਿਰ ਬਾਬਾ ਬਿਸ਼ਨ ਸਿੰਘ ਦੇ ਜਿਹੜੇ ਸੇਵਾਦਾਰ ਸੀ ਹੈ ਨਾ, ਇਹ ਇਹਨਾਂ ਨੂੰ ਕਹਿਣ ਲੱਗੇ, ਭਾਈ ਚੰਨਣ ਸਿੰਘ ਹੁਣਾਂ ਨੂੰ, ਕਿ ਤੁਹਾਨੂੰ ਹੈ ਨਾ ਬਾਬਾ ਬਿਸ਼ਨ ਸਿੰਘ ਹੁਣਾਂ ਨੇ ਬੁਲਾਇਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਭਾਈ ਚੰਨਣ ਸਿੰਘ ਹੁਣਾਂ ਦਾ ਜਿਹੜਾ ਗੁਰੂ ਉਹਨਾਂ ਟਾਈਮਾਂ 'ਚ 7ਵੇਂ ਸਮਾਜ ਸੀ, ਉਹ ਕਹਿਣ ਲੱਗਾ ਕਿ ਮੈਂ ਬਿਸ਼ਨ ਸਿੰਘ ਤੋਂ ਕੀ ਲੈਣਾ ਹੈਗਾ, ਉਹਦਾ ਮੈਨੂੰ ਕੀ ਕੰਮ ਹੈਗਾ, ਉਹ ਤਾਂ ਇੱਥੇ ਕਥਾ ਜਿਹੜਾ ਸੁਣ ਨਹੀਂ ਆ ਸਕਦਾ ਅਤੇ ਮੈਨੂੰ ਆਪਣੇ ਪਾਸ ਬੁਲਾਉਂਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਸਾਰੇ ਸਿੰਘਾਂ ਨੇ ਭਾਈ ਚੰਨਣ ਸਿੰਘ ਨੂੰ ਆਖਿਆ ਕਿ ਦੇਖੋ, ਬਾਬਾ ਬਿਸ਼ਨ ਸਿੰਘ ਜੀ ਵੀ ਬਾਬਾ ਅਤਰ ਸਿੰਘ ਦੀ ਕਿਰਪਾ ਦੇ ਨਾਲ ਇਸ ਅਵਸਥਾ ਦੇ ਵਿੱਚ ਜਾ ਕੇ ਸਿੱਖ ਪੰਥ ਦੀ ਸੇਵਾ ਕਰਦੇ ਆ, ਸੋ ਤੁਹਾਨੂੰ ਉਹਨਾਂ ਦਾ ਜਿਹੜਾ ਵਚਨ ਹੈਗਾ ਜ਼ਰੂਰ ਮੰਨਣਾ ਚਾਹੀਦਾ ਹੈਗਾ, ਅਤੇ ਅਸੀਂ ਤੁਹਾਡੇ ਵਾਸਤੇ ਸਵਾਰੀ ਲਿਆਂਦੀ, ਤੁਸੀਂ ਬੈਠ ਕੇ ਉਹਨਾਂ ਦੇ ਪਾਸ ਜ਼ਰੂਰ ਤਾਂਗੇ ਦੇ ਵਿੱਚ ਕਾਜਲੇ ਪਹੁੰਚੋ। ਜਦ ਇਹ ਗੱਲ ਹੋਈ ਸੀ, ਫਿਰ ਭਾਈ ਚੰਨਣ ਸਿੰਘ ਜੀ ਮੰਨ ਗਏ ਸੀ। ਜਦੋਂ ਭਾਈ ਚੰਨਣ ਸਿੰਘ ਜੀ ਮੰਨੇ, ਜਦ ਕਾਜਲੇ ਪਹੁੰਚੇ, ਉਸ ਟਾਈਮ ਮਹਾਂਪੁਰਖ ਬਾਬਾ ਬਿਸ਼ਨ ਸਿੰਘ ਜੀ ਪਲੰਘ ਦੇ ਉੱਤੇ ਬੈਠੇ ਹੋਏ ਸੀ। ਜਦ ਉਹਨਾਂ ਨੂੰ ਪਤਾ ਲੱਗਾ ਕਿ ਭਾਈ ਚੰਨਣ ਸਿੰਘ ਜੀ ਸਾਡੇ ਪਾਸ ਆ ਗਏ ਆ, ਉਹ ਉੱਠਦੇ ਸਾਰ ਹੀ ਆਪਣੇ ਸੇਵਕਾਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਇਸ ਤਰ੍ਹਾਂ ਕਰੋ, ਪਹਿਲਾਂ ਇੱਕ ਨਾ ਕੁਰਸੀ ਲੈ ਕੇ ਆਓ, ਇਹ ਕੁਰਸੀ ਲਿਆ ਕੇ ਨਾ ਸਾਡੇ ਸੱਜੇ ਪਾਸੇ ਡਾਹ ਦਿਓ ਅਤੇ ਇੱਥੇ ਭਾਈ ਚੰਨਣ ਸਿੰਘ ਹੁਣਾਂ ਨੂੰ ਬਿਠਾ ਦਿਓ, ਕਿਉਂਕਿ ਪੰਥ ਦੇ ਬਹੁਤ ਵੱਡੇ ਦੀਵਾਨ ਹੈਗੇ ਆ। ਜਦ ਬਾਬਾ ਬਿਸ਼ਨ ਸਿੰਘ ਹੁਣਾਂ ਨੇ ਭਾਈ ਚੰਨਣ ਸਿੰਘ ਹੁਣਾਂ ਦਾ ਦਿਲੋਂ ਇਸ ਤਰ੍ਹਾਂ ਸਵਾਗਤ ਕੀਤਾ, ਤਾਂ ਚੰਨਣ ਸਿੰਘ ਜਿਹੜਾ ਸੀਗਾ ਉਹ ਚੁੱਪ ਕਰਕੇ ਇਹ ਸਾਰੀ ਖੇਡ ਨੂੰ ਦੇਖਦਾ ਰਿਹਾ ਅਤੇ ਮਨ 'ਚ ਸੋਚਿਆ ਕਿ ਗੱਲ ਤਾਂ ਠੀਕ ਹੈਗੀ ਆ, ਮੈਂ ਪੰਥ ਦਾ ਵੱਡਾ ਦੀਵਾਨ ਹਾਂ, ਥੋੜ੍ਹਾ ਬਹੁਤ ਆਦਰ ਤਾਂ ਮੇਰਾ ਹੋਣਾ ਹੀ ਚਾਹੀਦਾ ਹੈਗਾ। ਫਿਰ ਭਾਈ ਚੰਨਣ ਸਿੰਘ ਜਿਹੜੇ ਸੀ ਕੁਰਸੀ 'ਤੇ ਬੈਠੇ। ਜਦ ਕੁਰਸੀ 'ਤੇ ਬੈਠੇ, ਫਿਰ ਬਾਬਾ ਬਿਸ਼ਨ ਸਿੰਘ ਜੀ ਭਾਈ ਚੰਨਣ ਸਿੰਘ ਨੂੰ ਕਹਿਣ ਲੱਗੇ ਕਿ ਅਸੀਂ ਸੁਣਿਆ ਹੈਗਾ ਕਿ ਤੁਸੀਂ ਬਾਬਾ ਅਤਰ ਸਿੰਘ ਦੀ ਵਰਸੀ ਦੇ ਉੱਤੇ ਬੜੀ ਸੁੰਦਰ ਕਥਾ ਕੀਤੀ ਆ, ਸੋ ਇਹ ਜਿਹੜੀ ਕਥਾ ਹੈਗੀ ਤੁਸੀਂ ਉੱਥੇ ਸੰਗਤਾਂ ਨੂੰ ਸੁਣਾਈ ਆ, ਇਹ ਸਾਨੂੰ ਵੀ ਇੱਥੇ ਸੁਣਾਵੋ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਚੰਨਣ ਸਿੰਘ ਜੀ ਬਾਬਾ ਬਿਸ਼ਨ ਸਿੰਘ ਨੂੰ ਕਹਿਣ ਲੱਗੇ ਵੀ ਇਹ ਕਥਾ ਕਾਹਦੀ ਆ ਜਿਹੜੀ ਮੈਂ ਇਕੱਲੇ ਨੂੰ ਸੁਣਾਉਂਦੀ ਫਿਰੇ, ਤੁਸੀਂ ਉੱਥੇ ਆਪ ਤਾਂ ਪਹੁੰਚੇ ਨਹੀਂ ਗੇ ਅਤੇ ਮੈਨੂੰ ਇੱਥੇ ਕਹਿੰਦੇ ਆ ਕਿ ਤੂੰ ਦੁਬਾਰਾ ਸਾਨੂੰ ਕਥਾ ਸੁਣਾ ਦੇ। ਜਦ ਇਸ ਤਰ੍ਹਾਂ ਦੇ ਥੋੜ੍ਹੇ ਗਰੂਰ ਭਰੇ ਬਚਨ ਭਾਈ ਚੰਨਣ ਸਿੰਘ ਹੁਣਾਂ ਨੇ ਬਾਬਾ ਬਿਸ਼ਨ ਸਿੰਘ ਹੁਣਾਂ ਨੇ ਕੀਤੇ, ਫਿਰ ਬਾਬਾ ਬਿਸ਼ਨ ਸਿੰਘ ਹੁਣੇ ਬੜੇ ਪ੍ਰੇਮ ਨਾਲ ਕਿਹਾ, ਕਹਿਣ ਲੱਗੇ, ਕਹਿੰਦੇ ਦੇਖ ਭਾਈ, ਅਗਰ ਕੋਈ ਆਦਮੀ ਬਿਮਾਰ ਹੋਵੇ ਹੈ ਨਾ, ਤਾਂ ਉਸ ਨੂੰ ਵੀ ਘਰ ਦੇ ਮੰਜੇ 'ਤੇ ਬੈਠੇ ਰੋਟੀ ਪਾਣੀ ਦੇ ਦਿੰਦੀ ਹੈ। ਇਸ ਕਰਕੇ ਭਾਈ ਸੰਗਤ ਦੀ ਗਹਿਮਾ ਕਰਕੇ ਅਸੀਂ ਪਹੁੰਚ ਨਹੀਂ ਸਕੇ, ਅਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਚਲੋ ਬੇਸ਼ੱਕ ਅਸੀਂ ਉੱਥੋਂ ਗੈਰ ਹਾਜ਼ਰ ਰਹੇ ਹਾਂ, ਪਰ ਤੇਰੀ ਕਥਾ ਸੁਣਨ ਨੂੰ ਸਾਡਾ ਮਨ ਬੜਾ ਕਰਦਾ ਹੈਗਾ। ਜਦ ਇਸ ਤਰ੍ਹਾਂ ਦੇ ਬਚਨ ਕੀਤੇ ਸੀ, ਫਿਰ ਭਾਈ ਚੰਨਣ ਸਿੰਘ ਜਿਹੜੇ ਸੀ ਉਹਨਾਂ ਦੀ ਹਉਮੈ ਹੋਰ ਵੀ ਵੱਧ ਗਈ। ਬਾਬਾ ਬਿਸ਼ਨ ਸਿੰਘ ਨੂੰ ਕਹਿਣ ਲੱਗੇ ਜੀ ਕਥਾ ਤਾਂ ਮੈਂ ਕਰ ਦਿੰਦਾ ਹੈਗਾ, ਪਰ ਮੈਨੂੰ ਇਹ ਦੱਸੋ ਕਿ ਜਿਹੜੀ ਮੈਂ ਕਥਾ ਕਰਕੇ ਸੁਣਾਊਂਗਾ ਕੀ ਤੁਹਾਨੂੰ ਸਮਝ ਆ ਜਾਊਗੀ। ਜਦ ਇੰਨੀ ਗੱਲ ਹੋਈ, ਫਿਰ ਬਾਬਾ ਬਿਸ਼ਨ ਸਿੰਘ ਜੀ ਕਹਿੰਦੇ ਭਾਈ ਦੇਖੋ, ਮੈਂ ਤਾਂ ਅਨਪੜ੍ਹ ਆਦਮੀ ਆ, ਹੁਣ ਸੰਗਤ ਇੱਥੇ ਬੜੀ ਬੈਠੀ ਆ, ਚਲੋ ਅਗਰ ਮੈਂ ਨਹੀਂ ਸਮਝ ਸਕਿਆ ਤਾਂ ਸੰਗਤ ਦੇ ਵਿੱਚੋਂ ਕੋਈ ਨਾ ਕੋਈ ਪ੍ਰੇਮੀ ਤਾਂ ਸਮਝ ਹੀ ਲਊਗਾ, ਇਸ ਕਰਕੇ ਤੁਸੀਂ ਹੈ ਨਾ ਸਾਨੂੰ ਕਥਾ ਜ਼ਰੂਰ ਸੁਣਾਓ। ਜਦ ਇਹ ਗੱਲ ਹੋਈ ਸੀ ਤਾਂ ਫਿਰ ਭਾਈ ਚੰਨਣ ਸਿੰਘ ਹੁਣਾਂ ਨੇ ਬਾਬਾ ਬਿਸ਼ਨ ਸਿੰਘ ਹੁਣਾਂ ਨੂੰ ਵੇਦਾਂਤ ਦੀ ਬੜੀ ਇੱਕ ਗਹਿਰੀ ਜਿਹੜੀ ਸੀ ਉਹ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ। ਜਦ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ, ਇੱਧਰ ਬਾਬਾ ਬਿਸ਼ਨ ਸਿੰਘ ਜੀ ਅੱਖਾਂ ਮੀਟ ਕੇ ਚੌਂਕੜਾ ਮਾਰ ਕੇ ਕਥਾ ਸੁਣਦੇ ਰਹੇ। ਜਦ ਕਥਾ ਸੁਣਦੇ ਰਹੇ, ਜਦ ਕਥਾ ਦਾ ਭੋਗ ਪਿਆ ਅਤੇ ਫਿਰ ਬਾਬਾ ਬਿਸ਼ਨ ਸਿੰਘ ਜੀ ਭਾਈ ਚੰਨਣ ਸਿੰਘ ਨੂੰ ਕਹਿਣ ਲੱਗੇ ਕਿ ਚੰਨਣ ਸਿੰਘ ਵਾਹ ਵਾਹ ਕਿੰਨੀ ਸੋਹਣੀ ਕਥਾ ਕੀਤੀ ਹੈ। ਜਦ ਇੰਨੀ ਗੱਲ ਹੋਈ ਤਾਂ ਚੰਨਣ ਸਿੰਘ ਜੀ ਜਿਹੜੇ ਸੀਗੇ ਉਹ ਆਪਣੇ ਗਰੂਰ 'ਚ ਬਾਬਾ ਬਿਸ਼ਨ ਸਿੰਘ ਜੀ ਨੂੰ ਕਹਿਣ ਲੱਗੇ ਕਿ ਅਗਰ ਤੁਹਾਨੂੰ ਸੋਹਣੀ ਲੱਗੀ ਆ ਅਤੇ ਕੀ ਤੁਹਾਨੂੰ ਇਹਦੀ ਸਮਝ ਆ ਗਈ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਬਿਸ਼ਨ ਸਿੰਘ ਜੀ ਕਹਿਣ ਲੱਗੇ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਕੁਛ ਨਾ ਕੁਛ ਤਾਂ ਸਮਝ ਜ਼ਰੂਰ ਪਈ ਆ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਗਿਆਨੀ ਚੰਨਣ ਸਿੰਘ ਜੀ ਫਿਰ ਬਾਬਾ ਬਿਸ਼ਨ ਸਿੰਘ ਹੁਣਾਂ ਨੂੰ ਕਹਿਣ ਲੱਗੇ ਅਗਰ ਤੁਹਾਨੂੰ ਸਮਝ ਪਈ ਹੈ ਤਾਂ ਫਿਰ ਤੁਸੀਂ ਇਸ ਤਰ੍ਹਾਂ ਕਰੋ ਕਿ ਇਹਦੇ ਵਰਗੀ ਕਥਾ ਸਾਨੂੰ ਵੀ ਸੁਣਾਵੋ। ਜਦ ਇਸ ਤਰ੍ਹਾਂ ਦੀ ਜਿਹੜੀ ਗੁਮਾਨ ਭਰੇ ਜਿਹੜੇ ਹਉਮੈ ਭਰੇ ਬਚਨ ਫਿਰ ਗਿਆਨੀ ਚੰਨਣ ਸਿੰਘ ਨੇ ਬਾਬਾ ਬਿਸ਼ਨ ਸਿੰਘ ਹੁਣ ਕਹੇ ਸੀ, ਫਿਰ ਬਾਬਾ ਬਿਸ਼ਨ ਸਿੰਘ ਜੀ ਚੁੱਪ ਕਰ ਗਏ। ਜਦ ਚੁੱਪ ਕਰ ਗਏ ਤਾਂ ਫਿਰ ਜਿਹੜੇ ਸੀ
ਭਾਈ ਚੰਨਣ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਚੰਨਣ ਸਿਆ ਦਰਅਸਲ ਗੱਲ ਇਹ ਆ ਕਿ ਤੈਂ ਵੀ ਵਿੱਦਿਆ ਬਾਬਾ ਅਤਰ ਸਿੰਘ ਹੋਣਾ ਦੀ ਅਸੀਸ ਨਾਲ ਲਈ ਆ, ਅਤੇ ਅਸੀਂ ਵੀ ਜਿਹੜੀ ਵਿੱਦਿਆ ਬਾਬਾ ਅਤਰ ਸਿੰਘ ਹੋਣਾ ਦੀ ਅਸੀਸ ਦੇ ਨਾਲ ਪ੍ਰਾਪਤ ਕੀਤੀ ਆ। ਅਸੀਂ ਨਹੀਂ ਚਾਹੁੰਦੇ ਹੈ ਕਿ ਇਹਨਾਂ ਕਥਾ ਦੇ ਵਿੱਦਿਆ ਦੇ ਵਿੱਚ ਅਸੀਂ ਕੋਈ ਆਪਣਾ ਜ਼ੋਰ ਦਿਖਾਈਏ, ਪਰ ਲੱਗਦਾ ਤੂੰ ਸਾਨੂੰ ਮਜਬੂਰ ਕਰ ਰਿਹਾ ਹੈਗਾ। ਇਸ ਕਰਕੇ ਅਸੀਂ ਤੈਨੂੰ ਇਹ ਦੱਸ ਦਿੰਦੇ ਹਾਂ ਕਿ ਬਾਬਾ ਅਤਰ ਸਿੰਘ ਜੀ ਨੇ ਸਾਡੇ ਉੱਤੇ ਮਿਹਰ ਦੀ ਐਸੀ ਕਿਰਪਾ ਕੀਤੀ ਕਿ ਸਾਨੂੰ ਐਸਾ ਗੁਪਤ ਖਜ਼ਾਨਾ ਬਖਸ਼ਿਆ, ਜਿਹਦੇ ਵਿੱਚ ਬਾਬਾ ਅਤਰ ਸਿੰਘ ਨੇ ਸਾਨੂੰ ਇਹ ਕਿਹਾ ਸੀਗਾ ਕਿ ਇਹ ਖਜ਼ਾਨਾ ਗੁਪਤ ਹੀ ਰੱਖੀ, ਬਾਹਰ ਨਾ ਕੱਢੀ। ਹਾਂ, ਕਿਤੇ ਲੋੜ ਪਈ ਤਾਂ ਆਹ ਚਾਬੀ ਪਈ ਭਾਈ, ਇਸ ਨੂੰ ਵਰਤ ਲਈ। ਅਗਰ ਤੂੰ ਬਾਰ-ਬਾਰ ਸਾਨੂੰ ਇਹ ਕਹਿ ਰਿਹਾ ਕਿ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਦੀ ਵਿਦਾਂਤ ਦੀ ਕਥਾ ਕਰਕੇ ਸੁਣਾਵੋ, ਤਾਂ ਠੀਕ ਹੈ ਭਾਈ, ਅਸੀਂ ਕਥਾ ਕਰਦੇ ਹਾਂ ਜਿਸ ਤਰ੍ਹਾਂ ਦੀ ਸਾਡੇ ਕੋਲ ਹੋਈ, ਤੂੰ ਸੁਣ ਲਵੀਂ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਚੰਨਣ ਸਿੰਘ ਜਿਹੜੇ ਸੀ ਇਹ ਚੁੱਪ ਕਰ ਗਏ। ਉਸ ਤੋਂ ਬਾਅਦ ਫਿਰ ਬਾਬਾ ਬਿਸ਼ਨ ਸਿੰਘ ਹੋਣਾ ਨੇ ਧੰਨ ਗੁਰੂ ਨਾਨਕ ਕਹਿ ਕੇ ਜਦ ਉਹਨਾਂ ਟਾਈਮਾਂ ਦੇ ਵਿੱਚ ਵਿਦਾਂਤ ਦੀ ਕਥਾ ਜਿਹੜੀ ਸੀ ਉਹ ਕਰਨੀ ਸ਼ੁਰੂ ਕੀਤੀ। ਐਸੇ ਸ਼ਲੋਕ ਸੰਸਕ੍ਰਿਤ ਦੇ ਜਿਹੜੇ ਭਾਈ ਚੰਨਣ ਸਿੰਘ ਹੋਣਾ ਨੇ ਜ਼ਿੰਦਗੀ 'ਚ ਕਦੀ ਨਾ ਪੜ੍ਹੇ ਸੀ ਨਾ ਸੁਣੇ ਸੀ, ਜਦ ਬਾਬਾ ਬਿਸ਼ਨ ਸਿੰਘ ਹੋਣਾ ਨੇ ਸੁਣਾਏ, ਜਿਹੜਾ ਚੰਨਣ ਸਿੰਘ ਸੀਗਾ ਇੱਕ ਕੁਰਸੀ ਤੋਂ ਉੱਠ ਕੇ ਖੜਾ ਹੋ ਗਿਆ। ਖੜਾ ਹੋਇਆ ਅਤੇ ਹੱਥ ਜੋੜ ਕੇ ਬਾਬਾ ਜੀ ਨੂੰ ਕਹਿਣ ਲੱਗਾ, ਕਹਿੰਦੇ ਮਹਾਂਪੁਰਖੋ, ਮੈਂ ਸੁਣਿਆ ਤਾਂ ਸੀਗਾ ਕਿ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਕਿ ਬ੍ਰਹਮ ਗਿਆਨੀ ਦੀ ਜਿਹੜੀ ਸੋਭਾ ਬ੍ਰਹਮ ਗਿਆਨੀ ਨੂੰ ਭਾਸਦੀ ਆ। ਕਿਉਂਕਿ ਸਾਧ ਕੀ ਮਹਿਮਾ ਵੇਦ ਨਾ ਜਾਣੇ, ਕਿ ਸਾਧ ਦੀ ਮਹਿਮਾ ਵੇਦ ਨਹੀਂ ਜਾਣਦੇ, ਜੇਤਾ ਸੁਣੇ ਤੇਤਾ ਬਖਿਆਨੇ। ਅੱਜ ਕਹਿੰਦੇ ਮੈਨੂੰ ਇਸ ਪੰਕਤੀ ਦੀ ਸਮਝ ਆ ਗਈ। ਉਸ ਤੋਂ ਬਾਅਦ ਫਿਰ ਜਿਹੜੇ ਚੰਨਣ ਸਿੰਘ ਸੀਗੇ ਇਹ ਮਹਾਂਪੁਰਖਾਂ ਤੋਂ ਉੱਥੋਂ ਚਲੇ ਗਏ। ਜਦ ਚਲੇ ਗਏ ਪਰ ਮਨ ਦੇ ਵਿੱਚ ਜਿਵੇਂ ਇੱਕ ਕਹਾਵਤ ਹੈ ਨਾ ਕਿ ਰੱਸੀ ਜਲ ਗਈ ਪਰ ਵੱਟ ਨਹੀਂ ਗਿਆ, ਫਿਰ ਵੀ ਭਾਈ ਚੰਨਣ ਸਿੰਘ ਦੇ ਅੰਦਰ ਹੈ ਨਾ ਹਉਮੈ ਦਾ ਜਿਹੜਾ ਅੰਦਰ ਕੀੜਾ ਸੀਗਾ ਉਹ ਨਸ਼ਟ ਨਹੀਂ ਹੋਇਆ। ਜਦ ਕੀੜਾ ਨਸ਼ਟ ਨਹੀਂ ਹੋਇਆ, ਇਸ ਤਰ੍ਹਾਂ ਜਿਹੜੀ ਸੀਗੀ ਇਹ ਕਥਾ ਕਰਦੇ ਰਹੇ। ਜਦ ਕਥਾ ਕਰਦੇ ਰਹੇ ਉਹਨਾਂ ਟਾਈਮਾਂ ਦੇ ਵਿੱਚ ਇੱਕ ਵਾਰ ਕੀ ਹੋਇਆ ਕਿ ਭਾਈ ਚੰਨਣ ਸਿੰਘ ਰਾਤ ਨੂੰ ਆਪਣੇ ਕਮਰੇ 'ਚ ਬੈਠੇ ਸੀ। ਜਦ ਕਮਰੇ 'ਚ ਬੈਠੇ ਸੀ ਤੇ ਕਮਰੇ 'ਚ ਬੈਠਿਆਂ ਬਾਹਰ ਅਸਮਾਨ ਦੇ ਵਿੱਚ ਇੱਕ ਬੜਾ ਭਾਰੀ ਧਮਾਕਾ ਹੋਇਆ। ਜਦ ਬੜਾ ਭਾਰੀ ਧਮਾਕਾ ਖੜਕਾ ਹੋਇਆ ਅਤੇ ਸਾਰੀ ਧਰਤੀ ਜਿਹੜੀ ਸੀ ਧਮਾਕੇ ਦੇ ਨਾਲ ਕੰਬੀ ਆ, ਅਤੇ ਚੰਨਣ ਸਿੰਘ ਦੇ ਮਨ ਦੇ ਵਿੱਚ ਵੀ ਆਇਆ ਕਿ ਹੋ ਸਕਦਾ ਹੈਗਾ ਕਿ ਇਹ ਕੋਈ ਫੌਜ ਦਾ ਧਮਾਕਾ ਜਾਂ ਤੋਪ ਦਾ ਗੋਲਾ ਹੋਵੇ, ਜਿਹਦੇ ਕਰਕੇ ਇਹ ਸਾਰੀ ਧਰਤੀ ਹਿੱਲੀ ਆ। ਪਰ ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਸੀ ਅਸਮਾਨ 'ਚ ਧਮਾਕਾ ਹੋਇਆ। ਜਦ ਦੁਬਾਰਾ ਫਿਰ ਧਮਾਕਾ ਹੋਇਆ, ਫਿਰ ਭਾਈ ਚੰਨਣ ਸਿੰਘ ਜਿਹੜੇ ਸੀ ਕਮਰੇ 'ਚੋਂ ਬਾਹਰ ਨੂੰ ਰਾਤ ਨੂੰ ਨੱਠਾ। ਜਦ ਨੱਠਾ ਆਲੇ ਦੁਆਲੇ ਆਕਾਸ਼ 'ਚ ਦੇਖਿਆ ਪਰ ਇਹਨੂੰ ਕੋਈ ਚੀਜ਼ ਨਜ਼ਰ ਨਹੀਂ ਆਈ। ਪਰ ਉਸ ਤੋਂ ਬਾਅਦ ਦੁਬਾਰਾ ਜਦ ਕਮਰੇ ਵੱਲ ਮੋੜਨ ਲੱਗਾ, ਅਚਾਨਕ ਫਿਰ ਤੀਸਰਾ ਜਿਹੜਾ ਸੀਗਾ ਉਹ ਅਸਮਾਨ ਦੇ ਵਿੱਚ ਧਮਾਕਾ ਹੋਇਆ। ਜਦ ਤੀਸਰਾ ਧਮਾਕਾ ਅਸਮਾਨ ਦੇ ਵਿੱਚ ਹੋਇਆ, ਫਿਰ ਭਾਈ ਚੰਨਣ ਸਿੰਘ ਨੇ ਕੀ ਦੇਖਿਆ ਕਿ ਇੱਕ ਅਸਮਾਨੀ ਬਿਜਲੀ ਦੀ ਤਰ੍ਹਾਂ ਬਹੁਤ ਭਾਰੀ ਜਿਹੜੀ ਲਚਕ ਸੀਗੀ ਉਹ ਉੱਪਰੋਂ ਧਰਤੀ ਵੱਲ ਆਈ। ਜਦ ਧਰਤੀ ਵਾਲੀ ਤਾਂ ਚੰਨਣ ਸਿੰਘ ਖੜਾ ਜਿਹੜਾ ਸੀ ਹੈਰਾਨ ਹੋ ਗਿਆ। ਮਨ 'ਚ ਸੋਚਣ ਲੱਗਾ ਕਿ ਵਰਖਾ ਕੋਈ ਨਹੀਂ, ਬੱਦਲ ਕੋਈ ਨਹੀਂ, ਲੇਕਿਨ ਇਹ ਅਸਮਾਨੀ ਬਿਜਲੀ ਦੀ ਜਿਹੜੀ ਤਾਰ ਹੈਗੀ ਇਹ ਧਰਤੀ ਵੱਲ ਕਿਵੇਂ ਆ ਰਹੀ ਹੈ। ਪਰ ਖੜਾ ਸੋਚ ਰਿਹਾ ਸੀ ਕਿ ਉਹ ਜਿਹੜੀ ਅਸਮਾਨੀ ਬਿਜਲੀ ਦਾ ਪ੍ਰਕਾਸ਼ ਸੀਗਾ ਉਹ ਯਕਦਮ ਇੱਕ ਗੋਲ ਚੱਕਰ ਬਣ ਕੇ ਅਸਮਾਨ ਦੇ ਵਿੱਚ ਘੁੰਮਣ ਲੱਗ ਪਿਆ। ਜਦ ਗੋਲ ਚੱਕਰ ਬਣ ਕੇ ਅਸਮਾਨ 'ਚ ਘੁੰਮਣ ਲੱਗ ਪਿਆ ਅਤੇ ਚੰਨਣ ਸਿੰਘ ਖੜਾ ਹੱਕਾ ਬੱਕਾ ਉਸ ਚੱਕਰ ਵੱਲ ਦੇਖੀ ਜਾਵੇ। ਹੌਲੀ ਉਹ ਜਿਹੜਾ ਗੋਲ ਚੱਕਰ ਸੀਗਾ ਇੱਕ ਗੋਲੇ ਦੇ ਆਕਾਰ ਦੇ ਵਿੱਚ ਬਦਲਿਆ। ਜਦ ਉਹ ਚੱਕਰ ਗੋਲੇ ਦੇ ਆਕਾਰ ਦੇ ਵਿੱਚ ਬਦਲਿਆ, ਉਸ ਤੋਂ ਬਾਅਦ ਉਹ ਜਿਹੜਾ ਵੱਡਾ ਸਾਰਾ ਗੋਲਾ ਸੀਗਾ ਬਿਲਕੁਲ ਇੱਕ ਛੋਟਾ ਰੂਪ ਧਾਰ ਕੇ ਭਾਈ ਚੰਨਣ ਸਿੰਘ ਜਿੱਥੇ ਖੜੇ ਸੀ ਉਹਦੇ ਸਾਹਮਣੇ ਆ ਗਿਆ। ਜਦ ਸਾਹਮਣੇ ਤਾਂ ਚੰਨਣ ਸਿੰਘ ਜਿਹੜੇ ਹੋਸ਼ ਸੀਗੇ ਗੁੰਮ ਹੋ ਗਏ। ਪਰ ਉਸ ਟਾਈਮ ਉਸ ਗੋਲੇ ਦੇ ਵਿੱਚੋਂ ਇਹ ਆਵਾਜ਼ ਆਈ, ਕਹਿੰਦੇ ਗਿਆਨੀ ਘਬਰਾ ਨਾ, ਮੈਂ ਤੈਨੂੰ ਦੱਸਦਾ ਕਿ ਮੈਂ ਕੌਣ ਹਾਂ। ਜਦ ਇੰਨੀ ਗੱਲ ਹੋਈ ਤਾਂ ਜਿਹੜਾ ਗਿਆਨੀ ਚੰਨਣ ਸਿੰਘ ਹੈਰਾਨ ਹੋ ਗਿਆ। ਅਤੇ ਜਦ ਹੈਰਾਨ ਹੋ ਗਿਆ ਵੀ ਇਸ ਗੋਲੇ ਦੇ ਵਿੱਚੋਂ ਆਵਾਜ਼ ਆ ਰਹੀ ਆ, ਤਾਂ ਫਿਰ ਉਹਦੇ ਵਿੱਚੋਂ ਆਵਾਜ਼ ਆਈ, ਕਹਿਣ ਲੱਗੇ ਕਹਿੰਦੇ ਦੇਖ ਭਾਈ, ਨਾ ਤਾਂ ਮੇਰਾ ਕੋਈ ਨਾਮ ਹੈ, ਪਰ ਮੈਨੂੰ ਸਾਰੇ ਜਿਹੜੇ ਬਹੁਤ ਨਾਮਾਂ ਦੇ ਨਾਲ ਪੁਕਾਰਦੇ ਆ। ਜਿਵੇਂ ਜਿਹੜੇ ਹਿੰਦੂ ਆ ਉਹ ਮੈਨੂੰ ਪਰਮਾਤਮਾ ਆਖਦੇ ਆ, ਰਾਮ ਆਖਦੇ ਆ, ਮੁਸਲਮਾਨ ਰਹੀਮ ਆਖਦੇ ਆ, ਅੱਲਾ ਆਖਦੇ। ਇਸ ਤਰ੍ਹਾਂ ਕਹਿੰਦੇ ਤੁਸੀਂ ਜਿਹੜੇ ਸਿੱਖ ਹੈਗੇ ਮੈਨੂੰ ਵਾਹਿਗੁਰੂ ਕਹਿੰਦੇ ਆ। ਇਸ ਤਰ੍ਹਾਂ ਮੇਰੇ ਅਨੰਤ ਨਾਮ ਹੈਗੇ ਆ। ਅਤੇ ਜਦ ਇਹ ਗੱਲ ਜਿਹੜੀ ਸੀ ਚੰਨਣ ਸਿੰਘ ਨੂੰ ਗੋਲੇ ਦੀ ਆਵਾਜ਼ ਦੇ ਵਿੱਚੋਂ ਆਈ, ਅਤੇ ਫਿਰ ਚੰਨਣ ਸਿੰਘ ਜਿਹੜਾ ਸੀਗਾ ਉਹ ਕਹਿਣ ਲੱਗਾ ਜੀ ਮੈਂ ਸਮਝ ਗਿਆ ਹੈਗਾ ਕਿ ਆਪ ਖੁਦ ਅਕਾਲ ਪੁਰਖ ਹੈਗੇ ਆ, ਪਰ ਕਹਿੰਦੇ ਵੀ ਇਹ ਜਿਹੜਾ ਰੂਪ ਹੈਗਾ ਮੈਂ ਝੱਲ ਨਹੀਂ ਸਕਦਾ। ਅਗਰ ਤੁਸੀਂ ਸੱਚਮੁੱਚ ਹੀ ਇਸ ਨਿਰਗੁਣ ਸਰੂਪ ਦੇ ਵਿੱਚ ਮੇਰੇ ਸਾਹਮਣੇ ਆ ਕੇ ਮੇਰੇ ਨਾਲ ਇਸ ਤਰ੍ਹਾਂ ਬਾਤ ਕਰਦੇ ਆ ਤਾਂ ਮੈਨੂੰ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ 'ਚ ਜ਼ਰੂਰ ਦਰਸ਼ਨ ਦਿਓ। ਜਦ ਇੰਨੀ ਗੱਲ ਹੋਈ ਸੀ ਫਿਰ ਉਸ ਗੋਲੇ 'ਚੋਂ ਆਵਾਜ਼ ਆਈ, ਕਹਿੰਦੇ ਭਾਈ ਅਸੀਂ ਹੀ ਗੁਰੂ ਨਾਨਕ ਹਾਂ, ਪਰ ਤੈਨੂੰ ਅਸੀਂ ਦਰਸ਼ਨ ਨਹੀਂ ਦੇ ਸਕਦੇ। ਕਿਉਂ
ਕਿਉਂਕਿ ਤੇਰੀਆਂ ਜਿਹੜੀਆਂ ਕਰਤੂਤਾਂ ਹੈਗੀਆਂ ਦਰਸ਼ਨ ਕਰਨ ਵਾਲੀਆਂ ਨਹੀਂ ਆ। ਜਦ ਇੰਨੀ ਗੱਲ ਹੋਈ ਸੀ ਤੇ ਫਿਰ ਚੰਨਣ ਸਿੰਘ ਚੁੱਪ ਕਰ ਗਿਆ ਸੀ। ਤੇ ਫਿਰ ਉਸ ਗੋਲੀ ਦੇ ਵਿੱਚੋਂ ਫਿਰ ਜਿਹੜੀ ਸੀ ਆਵਾਜ਼ ਭਾਈ ਚੰਨਣ ਸਿੰਘ ਨੂੰ ਆਈ। ਕਹਿਣ ਲੱਗੇ ਕਿ ਮੇਰੇ ਅਨੰਤ ਖੇਡ ਵਾ, ਮੇਰੇ ਖੇਡਾਂ ਨੂੰ ਕੋਈ ਸਮਝ ਨਹੀਂ ਸਕਦਾ। ਅਸੀਂ ਤੇਰੇ ਕੋਲ ਇਸ ਵਾਸਤੇ ਆਏ ਹਾਂ, ਇਹ ਦੱਸਣ ਆਏ ਹਾਂ ਕਿ ਤੇਰਾ ਜਿਹੜਾ ਅੰਤ ਸਮਾਂ ਹੈ ਨਾ ਉਹ ਬਹੁਤ ਮਾੜਾ ਹੋਣ ਵਾਲਾ ਹੈਗਾ। ਇੰਨਾ ਮਾੜਾ ਹੋਣ ਵਾਲਾ ਤੇਰਾ ਅੰਤ ਸਮਾਂ ਕਿ ਤੇਰੇ ਜਿਹੜੇ ਦੁਸ਼ਮਣ ਹਨ ਤੇਰੇ ਇਸ ਅੰਤ ਸਮੇਂ ਨੂੰ ਦੇਖ ਕੇ ਭੈਭੀਤ ਹੋ ਜਾਣਗੇ। ਜਦ ਇੰਨੀ ਗੱਲ ਹੋਈ ਫਿਰ ਚੰਨਣ ਸਿੰਘ ਦੀਆਂ ਜਿਹੜੀਆਂ ਲੱਤਾਂ ਸੀਗੀਆਂ ਪੂਰੀ ਤਰ੍ਹਾਂ ਕੰਬਣ ਲੱਗ ਪਈਆਂ। ਪਰ ਫੇਰ ਵੀ ਵਿਦਵਾਨ ਸੀ, ਮੋਹਰੇ ਬੇਨਤੀ ਕਰਕੇ ਕਹਿਣ ਲੱਗਾ, ਕਹਿੰਦੇ ਮਹਾਂਪੁਰਖੋ, ਅਗਰ ਮੇਰੇ ਜੀਵਨ ਦੇ ਕਰਮ ਜਿਹੜੇ ਇੰਨੇ ਮਾੜੇ ਹੈਗੇ ਆ, ਇੱਕ ਕਿਰਪਾ ਕਰੋ ਤੁਸੀਂ ਕਿ ਜਿਹੜਾ ਮੇਰਾ ਮਰਨ ਵਾ ਉਹ ਸੌਖਾ ਹੋ ਜਾਵੇ। ਜਦ ਇੰਨੀ ਗੱਲ ਹੋਈ ਤਾਂ ਫਿਰ ਉਸ ਗੋਲੇ ਦੇ ਵਿੱਚੋਂ ਆਵਾਜ਼ ਆਈ। ਕਹਿਣ ਲੱਗੇ, ਕਹਿੰਦੇ ਗਿਆਨੀ ਚੰਨਣ ਸਿਆਂ, ਤੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਕਥਾ ਕੀਤੀ ਆ, ਇਸ ਕਰਕੇ ਅਸੀਂ ਤੇਰੇ ਪਾਸ ਪਹੁੰਚੇ ਆ। ਅਤੇ ਅਗਲੀ ਗੱਲ ਇਹ ਹੈਗੀ ਆ ਕਿ ਤੂੰ ਕਥਾ ਤੱਕ ਉਸ ਨਿਰੰਕਾਰ ਦੀ, ਗੁਰੂ ਨਾਨਕ ਦੀ, ਗੁਰੂ ਘਰ ਦੇ ਵਿੱਚ ਕਰਦਾ ਰਿਹਾ ਹੈਗਾ, ਪਰ ਕਥਾ ਦੇ ਵਿੱਚ ਜੋ ਕਹਿੰਦਾ ਸੀਗਾ ਹੈ ਨਾ, ਉਹ ਤੈਂ ਜ਼ਿੰਦਗੀ ਵਿੱਚ ਖੁਦ ਨਹੀਂ ਕੀਤਾ, ਖੁਦ ਨਹੀਂ ਕਮਾਇਆ। ਨਾ ਤਾਂ ਤੈਂ ਸੇਵਾ ਹੀ ਕੀਤੀ ਆ, ਨਾ ਸਿਮਰਨ ਕੀਤਾ ਹੈਗਾ, ਨਾ ਜ਼ਿੰਦਗੀ ਵਿੱਚ ਗੁਰਬਾਣੀ ਪੜ੍ਹੀ ਹੈਗੀ ਆ, ਕੇਵਲ ਕਥਾ ਕਰਕੇ ਸੁਣਾਈ ਆ। ਅਤੇ ਇਹ ਵੀ ਕਥਾ ਕੇਵਲ ਅਤੇ ਕੇਵਲ ਇਹ ਮਾਇਆ ਦੀ ਤਨਖਾਹ ਵਾਸਤੇ, ਆਪਣੇ ਹਉਮੈ ਨੂੰ ਪੱਠੇ ਪਾਉਣ ਵਾਸਤੇ ਕੀਤੀ ਆ। ਜਦ ਇਤ ਆਦਿ ਜਿਹੜੇ ਵਚਨ ਸੀਗੇ ਉਸ ਪ੍ਰਕਾਸ਼ਮਈ ਗੋਲੇ ਦੇ ਵਿੱਚੋਂ ਆਏ ਅਤੇ ਫਿਰ ਚੰਨਣ ਸਿੰਘ ਜਿਹੜਾ ਸੀਗਾ ਉਹ ਖੜਾ ਹੀ ਉੱਥੇ ਡਿੱਗ ਪਿਆ। ਅਤੇ ਫਿਰ ਹੱਥ ਜੋੜ ਕੇ ਕਹਿਣ ਲੱਗਾ, ਜੀ ਤੁਸੀਂ ਤਾਂ ਮਿਹਰਬਾਨ ਆ, ਇਸ ਕਰਕੇ ਤੁਸੀਂ ਮੇਰੇ 'ਤੇ ਜ਼ਰੂਰ ਕਿਰਪਾ ਕਰੋ। ਤਾਂ ਫਿਰ ਉਸ ਗੋਲੇ 'ਚੋਂ ਆਵਾਜ਼ ਆਈ, ਕਹਿੰਦੇ ਭਾਈ ਅਸੀਂ ਤਾਂ ਸਦਾ ਹੀ ਮਿਹਰਬਾਨ ਹੈਗੇ ਹਾਂ, ਇਸੇ ਹੀ ਮਿਹਰਬਾਨ ਕਰਕੇ ਅਸੀਂ ਤੇਰੇ ਪਾਸ ਆਏ ਹਾਂ। ਹਾਂ, ਇੱਕ ਤੈਨੂੰ ਅਸੀਂ ਦੱਸ ਦਈਏ ਕਿ ਤੇਰਾ ਜਿਹੜਾ ਅੰਤ ਸਮਾਂ ਬੜਾ ਭਿਆਨਕ ਵਾ, ਇਹ ਤਾਂ ਸੁਖਾਲਾ ਹੋ ਸਕਦਾ ਅਗਰ ਤੂੰ ਹਜ਼ੂਰ ਸਾਹਿਬ ਜਾਵੇਂ, ਉੱਥੇ ਇੱਕ ਅਖੰਡ ਪਾਠ ਕਰਾਵੇਂ ਅਤੇ ਉਸ ਅਖੰਡ ਪਾਠ ਸਾਹਿਬ ਨੂੰ ਇੱਕ ਓਂਕਾਰ ਤੋਂ ਲੈ ਕੇ ਅਖੀਰ ਤੱਕ ਖੁਦ ਬੈਠ ਕੇ ਸੁਣੇ, ਤਾਂ ਤੇਰਾ ਜਿਹੜਾ ਅਖੀਰਲਾ ਮਰਨ ਦਾ ਸਮਾਂ ਹੈਗਾ ਸੌਖਾ ਹੋ ਸਕਦਾ ਹੈਗਾ। ਜਦ ਇਹ ਜਿਹੜੇ ਬਚਨ ਸੀਗੇ ਉਸ ਗੋਲੇ ਦੇ ਵਿੱਚੋਂ ਨਿਕਲੇ ਸੀਗੇ, ਉਸ ਤੋਂ ਬਾਅਦ ਉਹ ਜਿਹੜਾ ਪ੍ਰਕਾਸ਼ ਸੀਗਾ ਉਸੇ ਟਾਈਮ ਉਹ ਪ੍ਰਕਾਸ਼ ਵੱਲ ਚਲੇ ਗਿਆ ਸੀਗਾ ਅਤੇ ਮੁੜ ਕੇ ਫਿਰ ਕਾਲੀ ਬੋਰੀ ਹਨੇਰੀ ਰਾਤ ਛਾ ਗਈ ਸੀ। ਇਸ ਤੋਂ ਬਾਅਦ ਫਿਰ ਗਿਆਨੀ ਚੰਨਣ ਸਿੰਘ ਦੀ ਜਿਹੜੀ ਹਾਲਤ ਸੀਗੀ ਹੈ ਨਾ, ਬੜੀ ਪਚੀਦੀ ਹੋ ਗਈ ਸੀ। ਉਸ ਤੋਂ ਬਾਅਦ ਅਗਲੇ ਦਿਨ ਜਦ ਤਖ਼ਤ ਦੇ ਉੱਤੇ ਕਥਾ ਹੋਣ ਲੱਗੀ ਸੀ, ਫਿਰ ਗਿਆਨੀ ਚੰਨਣ ਸਿੰਘ ਹੋਣਾ ਨੇ ਸਭ ਤੋਂ ਪਹਿਲਾਂ ਮੰਗਲਾਚਰਨ ਪੜ੍ਹਿਆ, ਪਰ ਮੰਗਲਾਚਰਨ ਪੜ੍ਹਨ ਤੋਂ ਬਾਅਦ ਉਹਨਾਂ ਦੀ ਹਿੰਮਤ ਨਹੀਂ ਹੋਈ ਕਿ ਮੈਂ ਕੋਈ ਕਥਾ ਦੀ ਵਿਚਾਰ ਦੀ ਗੱਲ ਅੱਗੇ ਕਰ ਸਕਾਂ। ਉਸ ਤੋਂ ਬਾਅਦ ਫਿਰ ਗਿਆਨੀ ਚੰਨਣ ਸਿੰਘ ਹੋਣਾ ਨੇ ਸੰਗਤਾਂ ਨੂੰ ਆਖਿਆ ਕਿ ਭਾਈ ਮੈਂ ਆਪ ਜੀ ਨੂੰ ਬਹੁਤ ਸਾਰੀ ਉਮਰ ਕਥਾ ਕਰਕੇ ਸੁਣਾਈਆਂ ਹੈਗੀਆਂ, ਪਰ ਅੱਜ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਮੈਂ ਹੁਣ ਕਥਾ ਕਰਨੀ ਬੰਦ ਕਰਦਾ, ਕਿਉਂਕਿ ਹੁਣ ਜਿੰਨੀ ਕਥਾ ਕਰਨੀ ਸੀ ਮੈਂ ਕਰ ਚੁੱਕਾ ਹੈਗਾ। ਜਦ ਇਹ ਤੱਕ ਬਚਨ ਬੋਲਣੇ ਸ਼ੁਰੂ ਕੀਤੇ ਤਾਂ ਫਿਰ ਖਾਲਸਾ ਤਖ਼ਤ ਦੇ ਜਿਹੜੇ ਮੇਨ ਜਥੇਦਾਰ ਸੀ ਉਹਨਾਂ ਨੇ ਫਿਰ ਭਾਈ ਚੰਨਣ ਸਿੰਘ ਨੂੰ ਆਖਿਆ ਸੀਗਾ, ਕਹਿੰਦੇ ਭਾਈ ਤਖ਼ਤ ਦੀ ਮਰਜ਼ਾਦਾ ਹੈਗੀ ਆ ਕਿ ਕਥਾ ਦਾ ਟਾਈਮ ਪੂਰਾ ਕਰਕੇ ਉੱਠਣਾ ਹੈਗਾ। ਉਸ ਤੋਂ ਬਾਅਦ ਭਾਈ ਚੰਨਣ ਸਿੰਘ ਨੇ ਕਥਾ ਤਾਂ ਕੀਤੀ ਆ, ਪਰ ਉਹ ਕਥਾ ਨਹੀਂ ਕੀਤੀ ਜਿਹੋ ਜਿਹੀ ਉਹ ਕਥਾ ਕਰਦਾ ਹੁੰਦਾ ਸੀਗਾ। ਇਸ ਤਰ੍ਹਾਂ ਕਰਦੇ ਕਰਦੇ ਅਖੀਰ ਦੇ ਵਿੱਚ ਫਿਰ ਭਾਈ ਚੰਨਣ ਸਿੰਘ ਹੋਣਾ ਨੇ ਤਖ਼ਤ ਦੇ ਜਿਹੜੇ ਸੇਵਾਦਾਰ ਸੀ, ਪ੍ਰਬੰਧਕ, ਉਹਨਾਂ ਨੂੰ ਇਹ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰ ਲਓ ਕਿ ਕੋਈ ਹੋਰ ਕਥਾਵਾਚਕ ਲੱਭ ਲਓ ਅਤੇ ਉਹ ਕਥਾ ਦਾ ਜਿਹੜੀ ਸੇਵਾ ਹੈਗੀ ਇਸ ਤਖ਼ਤ 'ਤੇ ਕਰੇ, ਕਿਉਂਕਿ ਮੇਰਾ ਹੁਣ ਕਥਾ ਕਰਨ ਤੋਂ ਮਨ ਜਿਹੜਾ ਹੈ ਨਾ ਪੂਰੀ ਤਰ੍ਹਾਂ ਉਹ ਭਰ ਚੁੱਕਾ ਹੈਗਾ, ਹੁਣ ਮੈਂ ਕਥਾ ਨਹੀਂ ਕਰਨੀ ਹੈ। ਜਦ ਇਹ ਤੱਕ ਵਚਨ ਕੀਤੇ ਫਿਰ ਸੇਵਾਦਾਰ ਨੇ ਗਿਆਨੀ ਚੰਨਣ ਸਿੰਘ ਨੂੰ ਇਹ ਆਖਿਆ ਕਿ ਜਦ ਤੱਕ ਕੋਈ ਜਿਹੜਾ ਕਥਾਵਾਚਕ ਸਾਨੂੰ ਮਿਲਦਾ ਨਹੀਂ ਆ ਤਦ ਤੱਕ ਤੁਸੀਂ ਇਹ ਸੇਵਾ ਨਿਭਾਵੋ, ਤਾਂ ਫਿਰ ਤੁਸੀਂ ਜਿਹੜੇ ਹੈਗੇ ਆ ਜਿੱਥੇ ਮਰਜ਼ੀ ਤੁਹਾਡਾ ਦਿਲ ਕਰੂ ਚਲੇ ਜਾਇਓ ਜਦੋਂ ਸਾਨੂੰ ਹੈ ਨਾ ਕੋਈ ਕਥਾਵਾਚਕ ਮਿਲ ਗਿਆ। ਪਰ ਦੱਸਦੇ ਆ ਕਿ ਨਾ ਤਾਂ ਕੋਈ ਕਥਾਵਾਚਕ ਉਸ ਤੱਕ ਦੇ ਉੱਤੇ ਕਥਾ ਕਰਨ ਮਿਲਿਆ ਸੇਵਕਾਂ ਨੂੰ, ਪਰ ਇਸ ਤਰ੍ਹਾਂ ਕਰਦੇ ਕਰਦੇ 6 ਮਹੀਨੇ ਬੀਤ ਗਏ। ਪਰ ਜਦੋਂ ਅਕਾਲ ਪੁਰਖ ਨੇ ਗਿਆਨੀ ਚੰਨਣ ਸਿੰਘ ਨੂੰ ਹਜ਼ੂਰ ਸਾਹਿਬ ਜਾਣ ਵਾਸਤੇ ਕਿਹਾ ਸੀਗਾ, ਇਸ ਜਿਹੜੀ ਸਾਰੀ ਕਿਰਿਆ ਸੀ ਚੰਨਣ ਸਿੰਘ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਭੁੱਲ ਗਿਆ। ਅਤੇ ਇਹ ਜਿਹੜੀ ਘਟਨਾ ਸੀ ਅਖੀਰ ਫਿਰ ਚੰਨਣ ਸਿੰਘ ਹੁਣਾਂ ਦੇ ਅਖੀਰ ਦੇ ਵਿੱਚ ਉਹ ਵੀ ਸਮਾਂ ਆ ਗਿਆ 6 ਮਹੀਨਿਆਂ ਦੇ ਅੰਦਰ ਅੰਦਰ, ਜਦੋਂ ਚੰਨਣ ਸਿੰਘ ਹੁਣਾਂ ਨੂੰ ਇੱਕ ਭਿਆਨਕ ਬਿਮਾਰੀ ਨੇ ਘੇਰ ਲਿਆ। ਜਦ ਚੰਨਣ ਸਿੰਘ ਹੁਣਾਂ ਨੂੰ ਭਿਆਨਕ ਬਿਮਾਰੀ ਨੇ ਘੇਰਿਆ ਸੀਗਾ ਅਤੇ ਇਹ ਬਿਮਾਰੀ ਦੀ ਜਿਹੜੀ ਸਮਝ ਸੀ ਕਿਸੇ ਨੂੰ ਨਹੀਂ ਆਈ। ਚਾਹੇ ਜਿਹੜੇ ਹੋਰ ਸੇਵਾਦਾਰ ਸੀ ਉਹਨਾਂ ਨੇ 3-4 ਡਾਕਟਰਾਂ ਦੀ ਟੀਮ ਭਾਈ ਚੰਨਣ ਸਿੰਘ ਹੁਣਾਂ ਦੀ ਬਿਮਾਰੀ ਦੇ ਇਲਾਜ ਵਾਸਤੇ ਰੱਖ ਦਿੱਤੀ ਸੀ, ਪਰ ਜਿਹੜੇ ਡਾਕਟਰ ਸੀਗੇ ਉਹ ਸਾਰੇ ਚੰਨਣ ਸਿੰਘ ਦੀ ਬਿਮਾਰੀ ਤੋਂ ਤੌਬਾ ਕਰ ਗਏ ਸੀ। ਇਹ ਬਿਮਾਰੀ ਐਸੀ ਸੀਗੀ, ਦੱਸਦੇ ਆ ਕਿ ਭਾਈ ਚੰਨਣ ਸਿੰਘ ਜਿਹੜੇ ਸੀਗੇ ਹੈ ਨਾ
ਉਹ ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਰਿੜ੍ਹਦੇ ਰਹਿੰਦੇ ਸੀਗੇ। ਉਹਨਾਂ ਦਾ ਜਿਹੜਾ ਜ਼ਮੀਨ 'ਤੇ ਰਹਿਣਾ, ਇੱਕ ਪਾਸੇ ਰਹਿਣਾ, ਦੂਜੇ ਪਾਸੇ ਘੁੰਮਣਾ, ਦੂਜੇ ਪਾਸੇ ਰਹਿਣਾ, ਤੀਜੇ ਪਾਸੇ ਘੁੰਮਣਾ, ਇਸ ਤਰ੍ਹਾਂ ਉਹ ਦਿਨ ਰਾਤ ਘੁੰਮਦੇ ਰਹਿੰਦੇ ਸੀ। ਪਰ ਉਹਨਾਂ ਨੂੰ ਇਹ ਬਿਮਾਰੀ ਕੀ ਸੀ ਕਹਿੰਦੇ ਕੋਈ ਨਹੀਂ ਜਾਣਦਾ। ਪਰ ਅਗਰ ਕੋਈ ਭਾਈ ਚੰਨਣ ਸਿੰਘ ਨੂੰ ਪੁੱਛਦਾ ਸੀਗਾ ਤਾਂ ਫਿਰ ਚੰਨਣ ਸਿੰਘ ਜਿਹੜਾ ਸੀ ਇਹੋ ਕਹਿੰਦਾ ਸੀਗਾ, ਕਹਿੰਦਾ ਭਾਈ ਵੀ ਮੇਰੀ ਵੀ ਕਲਿਆਣ ਹੋ ਸਕਦੀ ਆ, ਮੇਰਾ ਵੀ ਭਲਾ ਹੋ ਸਕਦਾ ਹੈਗਾ। ਇਸ ਤਰ੍ਹਾਂ ਕਰਦੇ ਕਰਦੇ ਭਾਈ ਚੰਨਣ ਸਿੰਘ ਜਿਹੜੇ ਸੀਗੇ ਉਹ ਆਪਣਾ ਜੀਵਨ ਦਾ ਜਿਹੜਾ ਆਖਰੀ ਸਵਾਸ ਲੈ ਕੇ ਇਸ ਭਿਆਨਕ ਬਿਮਾਰੀ ਤੋਂ ਫਿਰ ਸਦਾ ਲਈ ਚਲੇ ਗਏ ਸੀਗੇ। ਸੋ ਕਹਿਣ ਤੋਂ ਭਾਵ ਇਹ ਆ, ਗੁਰਬਾਣੀ ਦੇ ਅੰਦਰ ਜੋ ਸਾਨੂੰ ਦੱਸਿਆ ਹੈ ਨਾ, ਕੋਸ਼ਿਸ਼ ਕਰੀਏ ਕਿ ਉਹਦੇ ਉੱਤੇ ਚਾਹੇ ਇੱਕ ਤਿਲ ਮਾਤਰੀ ਤੁਰੀਏ, ਸਾਨੂੰ ਤੁਰਨਾ ਜ਼ਰੂਰ ਚਾਹੀਦਾ ਹੈ। ਜਿਵੇਂ ਗੁਰਬਾਣੀ ਨੇ ਆਖਿਆ ਨਾ ਵੀ ਅਬਰ ਉਪਦੇਸੇ ਆਪ ਨਾ ਕਰੇ, ਕਿ ਜਿਹੜਾ ਦੂਸਰਿਆਂ ਨੂੰ ਉਪਦੇਸ਼ ਦਿੰਦਾ ਲੇਕਿਨ ਆਪ ਉੱਤੇ ਤੁਰਦਾ ਨਹੀਂ, ਕਹਿੰਦੇ ਉਹਦੀ ਹਾਲਤ ਕੀ ਹੁੰਦੀ, ਆਵਤ ਜਾਵਤ ਜਨਮੇ ਮਰੇ। ਕਹਿੰਦੇ ਵੀ ਉਹ 84 ਲੱਖ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਅਤੇ ਜੰਮਦਾ ਮਰਦਾ ਰਹਿੰਦਾ ਹੈਗਾ। ਇਸ ਕਰਕੇ ਜ਼ਰੂਰੀ ਆ ਕਿ ਆਪਣੀ ਜਿਹੜੀ ਹਉਮੈ ਹਨ ਇਸ ਨੂੰ ਤਿਆਗ ਕੇ ਅਸੀਂ ਅਗਰ ਵਾਹਿਗੁਰੂ ਦੀ ਖੁਸ਼ੀ ਪ੍ਰਦਾਨ ਕਰਨ ਵਾਸਤੇ ਆਪਣੇ ਆਪ ਨੂੰ ਜਿਹੜੀ ਸੰਗਤ ਹੈਗੀ ਆ, ਸੰਗਤ ਦੇ ਜਿਹੜੇ ਸੇਵਾਦਾਰ ਆ, ਉਹਨਾਂ ਸੇਵਾਦਾਰਾਂ ਦੀ ਵੀ ਸੇਵਾਦਾਰ ਸਮਝਦੇ ਹੋਏ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ, ਅਤੇ ਫਿਰ ਭਾਈ ਚਾਹੇ ਅਸੀਂ ਗ੍ਰੰਥੀ ਸਿੰਘ ਆ, ਚਾਹੇ ਕੀਰਤਨੀਏ ਸਿੰਘ ਆ, ਚਾਹੇ ਅਸੀਂ ਕੋਈ ਵੀ ਸੇਵਾ ਕਰਦੇ ਹਾਂ, ਇਹਨਾਂ ਸਾਰੀਆਂ ਸੇਵਾਵਾਂ ਨੂੰ ਕਰਦੇ ਹੋਏ ਬਿਲਕੁਲ ਮਨ ਦੇ ਅੰਦਰ ਕੋਈ ਭਾਵਨਾ ਨਾ ਰੱਖਦੇ ਹੋਏ ਫਿਰ ਕਹਿੰਦੇ ਅਗਰ ਅਸੀਂ ਇਹ ਕਾਰਜ ਕਰੀਏ, ਇਸ ਕਾਰਜ ਦੇ ਨਾਲ ਫਿਰ ਕਹਿੰਦੇ ਵਾਹਿਗੁਰੂ ਦੀ ਜਿਹੜੀ ਪ੍ਰਸੰਨਤਾ ਹੈ ਨਾ ਉਹ ਫਿਰ ਆਉਣੀ ਸ਼ੁਰੂ ਹੋ ਜਾਂਦੀ ਆ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।